ओंकार सतनाम करता पुरख निर्भव निर्वैर कालमूर्त अजूनी सैभं गुरुप्रसाद। हे प्राणनाथ गोविंदे कृपा निधान जगत गुरु। हे संसार ताप हरणे करुणा में सब दुख हरो। हे शरण जोग दयाले दीनानाथ मया करो। शरीर सवस्तु क्षीण समय सिमरंतु नानक राम दामोदर माधवे। वाहिगुरु जी का खालसा वाहिगुरु जी की फतेह। धन गुरु गोबिंद सिंह जी महाराज ਦੀ ਅਗੰਮੀ ਬਾਣੀ ਜਾਪ ਸਾਹਿਬ ਉਹਦੇ ਇੱਕ ਛੰਦ ਦੀਆਂ ਪੰਕਤੀਆਂ ਦੇ ਵਿਚਾਰ ਆਪ ਨੂੰ ਸਰਵਣ ਕਰਾਉਣ ਦਾ ਯਤਨ ਕਰ ਰਹੇ ਹਾਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਜਿਹੜੇ ਤੁਹਾਡੇ ਵਿੱਚੋਂ ਜਾਪ ਸਾਹਿਬ ਪੜ੍ਹਦੇ ਹੋਣਗੇ ਇਹ ਪੰਕਤੀਆਂ ਜ਼ਰੂਰ ਬੋਧ ਹੋਣਗੀਆਂ। ਏਕ ਮੂਰਤ ਅਨੇਕ ਦਰਸ਼ਨ ਹੈ ਕਿ ਪਰਮਾਤਮਾ ਇੱਕੋ ਹੀ ਮੂਰਤ ਹੈ, ਪਰ ਦਰਸ਼ਨ ਉਸਦੇ ਅਨੇਕਾਂ ਰੂਪਾਂ 'ਚ ਹੈ। ਪਹਿਲੀ ਦਫਾ ਮੈਂ ਅਜੰਤਾ ਦੀ ਗੁਫਾਵਾਂ ਵਿੱਚ ਇੱਕ ਤਸਵੀਰ ਦੇਖੀ। ਵਿਦੇਸ਼ਾਂ 'ਚੋਂ ਫੌਰਨ ਬਹੁਤ ਸਾਰੇ ਆਏ ਹੋਏ ਸਨ। ਉਹ ਬੈਠ ਕੇ ਤਸਵੀਰ ਬਣਾ ਰਹੇ ਸਨ। ਉਸ ਤਸਵੀਰ ਨੂੰ ਦੇਖ ਕੇ ਉਹਦੇ 'ਚ ਕੁਝ ਲੜਕੀਆਂ ਵੀ ਸਨ, ਨੌਜਵਾਨ ਵੀ ਸਨ, ਬਜ਼ੁਰਗ ਵੀ ਸਨ। ਮੈਂ ਹੈਰਾਨ ਹੋਇਆ, ਇਹ ਫੌਰਨਰ ਇਤਨੇ ਪ੍ਰਭਾਵਿਤ ਨੇ ਇਸ ਤਸਵੀਰ ਤੋਂ, ਬੈਠੇ ਨੇ, ਬਣਾ ਰਹੇ ਨੇ, ਉਹਦੀ ਨਕਲ ਕਰ ਰਹੇ ਸਨ। ਗਾਈਡ ਤੋਂ ਮੈਂ ਸੁਭਾਵਕ ਪੁੱਛ ਲਿਆ, ਉਹ ਮੈਨੂੰ ਦਿਖਾ ਰਿਹਾ ਸੀ। ਮੈਂ ਕਿਹਾ ਇਸ ਤਸਵੀਰ ਵਿੱਚ ਐਸੀ ਕੀ ਗੱਲ ਹੈ? ਇੰਨੇ ਸਾਰੇ ਲੋਕ ਪ੍ਰਭਾਵਿਤ ਨੇ, ਕੋਈ ਜਰਮਨੀ ਤੋਂ ਆਇਆ ਹੈ, ਕੋਈ ਇੰਗਲੈਂਡ ਤੋਂ, ਕੋਈ ਅਮਰੀਕਾ ਤੋਂ। ਇਸ ਤਸਵੀਰ ਦੀਆਂ ਫੋਟੋਆਂ ਲੈ ਰਹੀਆਂ, ਬੈਠ ਕੇ ਫਿਰ ਤਸਵੀਰ ਖੁਦ ਬਣਾ ਰਹੇ ਨੇ। ਮੈਨੂੰ ਕਹਿਣ ਲੱਗੇ ਗਿਆਨੀ ਜੀ ਖਾਸ ਗੱਲ ਹੈ, ਇਹਨੂੰ ਸੱਜੇ ਪਾਸੇ ਦੇਖੋ, ਇਹ ਤਸਵੀਰ ਮੁਸਕਰਾਉਂਦੀ ਹੋਈ ਹੈ, ਉਹੀ ਹੈ। ਇਹਨੂੰ ਖੱਬੇ ਪਾਸੇ ਦੇਖੋ, ਬੜੇ ਗੰਭੀਰ ਰੂਪ। ਇਹਨੂੰ ਸਾਹਮਣੇ ਦੇਖੋ, ਸਮਾਧੀ ਦੀ ਤਸਵੀਰ ਇੱਕੋ ਹੀ ਹੈ। ਸੱਜੇ ਦੇਖੋ ਤੇ ਕੁਝ ਹੋਰ ਰੂਪ ਦਿਖਾਈ ਦਿੰਦਾ ਉਸੇ ਦਾ ਹੀ, ਖੱਬੇ ਦੇਖੋ ਤੇ ਕੁਝ ਹੋਰ ਦਿਖਾਈ ਦਿੰਦਾ, ਸਾਹਮਣੇ ਦੇਖੋ ਤੇ ਹੋਰ ਦਿਖਾਈ ਦਿੰਦਾ। ਬਹੁਤ ਭਿਕਸ਼ੂਆਂ ਨੇ ਇਹ ਤਸਵੀਰਾਂ ਬਣਾਈਆਂ ਸਨ। ਰੂਪ ਤੇ ਇੱਕ ਬਣਾਇਆ ਉਹਨਾਂ ਨੇ, ਲੇਕਿਨ ਦਰਸ਼ਨ ਅਨੇਕਾਂ ਹੋ ਰਹੇ। ਸੱਜੇ ਕੁਝ ਹੋਰ ਦਿਖਾਈ ਦਿੰਦਾ, ਖੱਬੇ ਕੁਝ ਹੋਰ ਦਿਖਾਈ ਦਿੰਦਾ, ਸਾਹਮਣੇ ਕੁਝ ਹੋਰ ਦਿਖਾਈ ਦਿੰਦਾ। ਦੀਵਾਰ ਦੇ ਉੱਤੇ ਚਿੱਤਰੀ ਹੋਈ ਇਹ ਤਸਵੀਰ, ਇਹ ਚਿੱਤਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ 'ਚ ਕਹਿੰਦੇ ਨੇ, ਏਕ ਮੂਰਤ ਹੈ ਤੇ ਇੱਕੋ ਹੀ ਮੂਰਤ। ਉਹ ਕੋਈ 2 3 4 ਮੂਰਤੀਆਂ ਨਹੀਂ ਹੈ, ਇੱਕੋ ਹੀ ਹੈ। ਏਕ ਮੂਰਤ ਅਨੇਕ ਦਰਸ਼ਨ, ਔਰ ਉਸ ਇੱਕ ਦੇ ਹੀ ਇੱਕੋ ਹੀ ਸਮੇਂ ਦਰਸ਼ਨ ਅਨੇਕਾਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਉਸ ਇੱਕ ਨੇ ਅਨੇਕਾਂ ਦਰਸ਼ਨ, ਅਨੇਕਾਂ ਰੂਪ ਬਣਾਏ ਹੋਏ ਨੇ। ਹੈ ਵਾਸਤਵਿਕ ਇੱਕ। ਕਦੀ ਗੌਰ ਨਾਲ ਦੇਖੋ, ਇੱਕ ਮਨੁੱਖ ਦੇ ਵੀ ਕਈ ਰੂਪ ਨੇ। ਤੁਸੀਂ ਆਖੋਗੇ ਕਿਸ ਤਰ੍ਹਾਂ? ਜਿਹੜਾ ਬੰਦਾ ਕਿਸੇ ਦਾ ਪਿਤਾ ਹੈ ਉਹ ਫਿਰ ਕਿਸੇ ਦਾ ਪੁੱਤਰ ਵੀ ਹੈ। ਜਿਹੜਾ ਪੁੱਤਰ ਹੈ ਉਹ ਕਿਸੇ ਦਾ ਭਰਾ ਵੀ ਹੈ। ਜਿਹੜਾ ਭਰਾ ਹੈ ਉਹ ਕਿਸੇ ਦਾ ਪਤੀ ਵੀ ਹੈ। ਜਿਹੜਾ ਪਤੀ ਹੈ ਉਹ ਕਿਸੇ ਦਾ ਮਿੱਤਰ ਵੀ ਹੈ, ਤੇ ਜਿਹੜਾ ਮਿੱਤਰ ਹੈ ਉਹ ਕਿਸੇ ਦਾ ਸਿੱਖ ਵੀ ਹੈ। ਹੁਣ ਬੰਦਾ ਇੱਕ ਹੈ ਤੇ ਮੋਹਰਾਂ ਇਹਦੇ ਤੇ ਇਤਨੀਆਂ ਲੱਗੀਆਂ। ਇਹ ਪਿਓ ਵੀ ਹੈ, ਇਹ ਪੁੱਤਰ ਵੀ ਹੈ, ਇਹ ਮਿੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ। ਜਦ ਇਹ ਪਿਤਾ ਪੁੱਤਰ ਦੇ ਸਾਹਮਣੇ ਹੁੰਦਾ ਹੈ, ਯਕੀਨ ਜਾਣੋ ਇਹਦਾ ਚਿਹਰਾ ਕੁਝ ਹੋਰ ਹੁੰਦਾ। ਇਹ ਪਤਨੀ ਦੇ ਸਾਹਮਣੇ ਹੁੰਦਾ, ਇਹਦਾ ਰੂਪ ਕੁਝ ਹੋਰ ਹੁੰਦਾ। ਇਹ ਭਰਾ ਦੇ ਸਾਹਮਣੇ ਹੁੰਦਾ, ਇਹਦਾ ਚਿਹਰਾ ਕੁਝ ਹੋਰ ਹੁੰਦਾ। ਇਹ ਮਿੱਤਰ ਦੇ ਸਾਹਮਣੇ ਹੁੰਦਾ, ਇਹਦੀਆਂ ਅੱਖਾਂ ਤੇ ਚਿਹਰਾ ਕੁਝ ਹੋਰ ਹੁੰਦਾ। ਪਰ ਸਹੀ ਮੈਨੇ ਚ ਅਗਰ ਇਹ ਗੁਰੂ ਦੇ ਸਾਹਮਣੇ ਸਿੱਖ, ਇਹਦਾ ਚਿਹਰਾ ਕੁਝ ਹੋਰ ਹੁੰਦਾ। ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਨੇ। ਅੰਦਰ ਦੀ ਸੋਚਣੀ ਚਿਹਰੇ ਨੂੰ ਬਦਲਦੀ, ਬੜਾ ਪ੍ਰਭਾਵਿਤ ਕਰਦੀ ਹੈ। ਜੈਸੇ ਇਹੀ ਮਨੁੱਖ ਗੁਸਤਾਖੀ ਮਾਫ ਕਿਸੇ ਦਾ ਦੁਸ਼ਮਣ ਹੈ, ਤੇ ਹੁਣ ਦੁਸ਼ਮਣ ਦੇ ਸਾਹਮਣੇ ਇਹਦਾ ਚਿਹਰਾ ਕੁਝ ਹੋਰ ਹੈ। ਇਹ ਉਹ ਨਹੀਂ, ਇਹਦੀ ਅੱਖਾਂ ਵੀ ਕੁਝ ਹੋਰ ਨੇ, ਚਿਹਰੇ ਦੇ ਹਾਵ ਭਾਵ ਵੀ ਕੁਝ ਹੋਰ ਨੇ।
ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਨੇ, ਅੰਦਰ ਦੀਆਂ ਭਾਵਨਾਵਾਂ ਅੱਖਾਂ ਨੂੰ ਬਦਲਦੀਆਂ ਨੇ। ਇੱਕੋ ਹੀ ਮਨੁੱਖ ਹੈ, ਇਹਦੇ ਇਤਨੇ ਚਿਹਰੇ। ਅਗਰ ਕੋਈ ਬਾਰੀਕੀ ਨਾਲ ਚਿੱਤਰ ਬਣਾਉਣ ਵਾਲਾ ਹੋਵੇ, ਯਕੀਨ ਜਾਣੋ ਇੱਕ ਮਨੁੱਖ ਦੇ ਵੀ ਕਈ ਰੂਪ ਨੇ, ਕਈ ਰੂਪ। ਮਨ ਦੇ ਹਾਵ ਭਾਵ, ਮਨ ਦੇ ਵਿਚਾਰ, ਮਨ ਦੀ ਸੋਚਣੀ ਮੱਥੇ ਤੇ ਪ੍ਰਗਟ ਹੁੰਦੀ ਹੈ। ਜਦ ਕਦੀ ਕਿਸੇ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਏ ਅੰਦਰੋਂ, ਉਹ ਰਤਨ ਹੈ, ਮਹਾਨ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥੀ। ਹੁਣ ਮੱਥੇ ਸਿੰਧੀ ਦੇ ਚ ਕਹਿੰਦੇ ਨੇ ਸਾਹਮਣੇ, ਮੱਥੇ ਆਏ ਸਾਹਮਣੇ ਤੇ ਮੱਥੇ ਮਸਤਕ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥੀ। ਇੱਥੇ ਮੱਥੇ ਤੋਂ ਮੁਰਾਦ ਸਾਹਮਣੇ ਨਹੀਂ ਲਵਾਂਗੇ, ਸਾਹਮਣੇ ਕਿੱਥੇ ਪ੍ਰਗਟ ਹੋਵੇਗਾ, ਮਸਤਕ ਤੇ ਪ੍ਰਗਟ ਹੋਵੇਗਾ। ਉਹ ਭਾਵਨਾਵਾਂ, ਉਹ ਹਾਵ ਭਾਵ ਚਿਹਰੇ ਤੇ ਪ੍ਰਗਟ ਹੋਵੇ। ਮਸਤਕ ਅਨੇਕਾਂ ਰੂਪ ਬਦਲਦਾ ਹੈ, ਅਨੇਕਾਂ। ਦਿਨ ਭਰ ਵੀ ਇਸਦੇ ਰੂਪ ਬਦਲਦੇ ਨੇ, ਵਿਚਾਰ ਜੈਸੇ ਚੱਲਦੇ ਰਹਿੰਦੇ ਨੇ, ਚਿਹਰਾ ਬਦਲਦਾ ਰਹਿੰਦਾ, ਬਦਲਦਾ ਰਹਿੰਦਾ। ਇੱਕੋ ਹੀ ਮਨੁੱਖ ਦੇ ਇਤਨੇ ਚਿਹਰੇ, ਇੱਕੋ ਹੀ ਮਨੁੱਖ ਦੇ ਇਤਨੇ ਦਰਸ਼ਨ। ਇਹ ਪਿਤਾ ਵੀ ਹੈ, ਇਹ ਪੁੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ, ਹੋ ਸਕਦਾ ਕਿਸੇ ਦਾ ਦੁਸ਼ਮਣ ਵੀ ਹੈ। ਹੈ ਤੇ ਇੱਕੋ ਹੀ ਮਨੁੱਖ। ਮੈਂ ਅਰਜ਼ ਕਰਾਂ, ਇਸ ਇੱਕ ਮਨੁੱਖ ਦੇ ਇਤਨੇ ਚਿਹਰੇ। ਇਹ ਪਿਤਾ ਦੇ ਰੂਪ ਵਿੱਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਭਰਾ ਦੇ ਰੂਪ ਵਿੱਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਪੁੱਤਰ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਪਤੀ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਦੁਸ਼ਮਣ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਔਰ ਸਿੱਖ ਦੇ ਰੂਪ ਵਿੱਚ ਇਹਦੀ ਸ਼ਕਲ ਸੂਰਤ ਕੁਝ ਹੋਰ ਹੋਵੇਗਾ। ਇਤਨੇ ਹੀ ਰੂਪ ਇਸਤਰੀ ਦੇ ਨੇ। ਜੇ ਇਹ ਮਾਂ ਹੈ ਤਾਂ ਫਿਰ ਕਿਸੇ ਦੀ ਧੀ ਵੀ ਹੈ, ਜੇ ਧੀ ਹੈ ਕਿਸੇ ਦੀ ਪਤਨੀ ਵੀ ਹੈ, ਜੇ ਪਤਨੀ ਹੈ ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਸਿੱਖਣੀ ਵੀ ਹੈ। ਕੋਈ ਇੱਕ ਰੂਪ ਹੈ। ਹੋ ਸਕਦਾ ਕਿਸੇ ਨਾਲ ਵੈਰ ਹੋਵੇ, ਕਿਸੇ ਦੀ ਦੁਸ਼ਮਣ ਵੀ ਹੈ। ਮੈਂ ਫਿਰ ਅਰਜ਼ ਕਰਾਂ, ਦੁਸ਼ਮਣੀ ਦੇ ਆਪਣੇ ਭਾਵ ਹੁੰਦੇ ਨੇ, ਮਿੱਤਰਤਾ ਦੇ ਆਪਣੇ ਹੁੰਦੇ ਨੇ, ਭਰਾ ਦੇ ਆਪਣੇ ਹੁੰਦੇ ਨੇ। ਅੰਦਰ ਦੇ ਇਹ ਭਾਵ ਚਿਹਰੇ ਨੂੰ ਬਦਲਦੇ ਰਹਿੰਦੇ, ਬਦਲਦੇ ਰਹਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹੜਾ ਪ੍ਰਭੂ ਹੈ, ਖਿਣ ਮੇ ਅਵਰ ਖਿਨੇ ਮੇ ਅਵਰਾ। ਹੁਣ ਇੱਕ ਛਿਣ ਦੇ ਤੇ ਕੁਝ ਹੋਰ ਸੀ, ਹੁਣ ਦੂਜੇ ਛਿਣ ਦੇ ਕੁਝ ਹੋਰ। ਛਿਣ ਇੱਕ ਸੈਕਿੰਡ ਨੂੰ ਕਹਿੰਦੇ। ਖਿਣ ਮੇ ਅਵਰ ਖਿਨੇ ਮੇ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਬਾਰੇ। ਇਹ ਪ੍ਰਭੂ ਤੂੰ ਖਿਣ ਦੇ ਕੁਝ ਹੋਰ ਦਿਖਾਈ ਦਿੰਦਾ, ਖਿਣ ਦੇ ਕੁਝ ਹੋਰ ਦਿਖਾਈ ਦਿੰਦਾ। ਅਗਮ ਹੈ। ਅਗਮ ਉਸ ਨੂੰ ਕਹਿੰਦੇ ਨੇ ਜਿੱਥੇ ਤੱਕ ਮਨ ਨਹੀਂ ਪਹੁੰਚ ਸਕਦਾ। ਅਗੋਚਰ ਉਸ ਨੂੰ ਕਹਿੰਦੇ ਨੇ ਜਿੱਥੇ ਤੱਕ ਗਿਆਨ ਇੰਦਰੀ ਵੀ ਨਹੀਂ ਪਹੁੰਚ ਸਕਦੀ, ਅੱਖਾਂ ਵੀ ਨਹੀਂ ਪਹੁੰਚ ਸਕਦੀ, ਕੰਨ ਵੀ ਨਹੀਂ ਪਹੁੰਚ ਸਕਦੇ, ਜ਼ਬਾਨ ਵੀ ਨਹੀਂ ਪਹੁੰਚ ਸਕਦੀ, ਹੱਥ ਵੀ ਨਹੀਂ ਪਹੁੰਚ ਸਕਦੇ। ਅਗਮ ਜਿੱਥੇ ਤੱਕ ਮਨ ਵੀ ਨਹੀਂ ਪਹੁੰਚ ਸਕਦੇ, ਵੀ ਕਲਪਨਾ ਵੀ ਨਹੀਂ ਪਹੁੰਚ ਸਕਦੀ। ਅਗਮ ਅਗੋਚਰ। ਖਿਨ ਮੇ ਅਵਰ ਖਿਨੇ ਮੇ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮਹਿ ਮਿਲਾਇਓ। ਇੱਥੇ ਇੱਕ ਗੱਲ ਨੋਟ ਕਰ ਲੈਣੀ, ਪਰਿਵਾਰ ਦੇ ਸੰਬੰਧ ਪੂਰਬਲੇ ਹੁੰਦੇ ਨੇ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪੁੱਤਰ ਦਾ ਸੰਬੰਧ, ਮਿੱਤਰ ਦਾ ਸੰਬੰਧ, ਭਰਾ ਦਾ ਸੰਬੰਧ, ਮਾਂ ਬਾਪ ਦਾ ਸੰਬੰਧ, ਪਤਨੀ ਦਾ ਸੰਬੰਧ, ਪਤੀ ਦਾ ਸੰਬੰਧ, ਇਹ ਸਭ ਪੂਰਬਲੇ ਨੇ। ਕੁਛ ਨਾ ਕੁਝ ਰਿਸ਼ਤਾ ਪਿੱਛੇ ਸੀ, ਅੱਗੋਂ ਵੀ ਚੱਲਦਾ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸਾਰੇ ਸੰਯੋਗ ਜੀਵਨ ਦੇ ਤੇ ਹੁੰਦੇ ਨੇ, ਅੰਤ ਦੇ ਚ ਨਹੀਂ, ਖਤਮ ਹੋ ਜਾਂਦੇ। ਅੱਗੋਂ ਫਿਰ ਨਵੇਂ ਸੰਯੋਗ ਬਣਦੇ, ਅੰਤ ਦੇ ਚ ਕੋਈ ਮਦਦਗਾਰ ਵੀ ਨਹੀਂ ਹੁੰਦਾ। ਸਾਧ ਸੰਗ ਜੋ ਤੁਮਹਿ ਮਿਲਾਇ, ਗੁਰੂ ਦਾ ਸੰਯੋਗ, ਸਤ ਸੰਗ ਦਾ ਸੰਯੋਗ, ਇਹ ਵੀ ਪੂਰਬ, ਇਹ ਵੀ ਪੂਰਬ। ਕੁਛ ਬੀਜ ਬੀਜੇ ਸਨ, ਉਹ ਅੱਜ ਫਲੀਭੂਤ ਹੋਏ ਨੇ। ਪੂਰਬਲਾ ਜੋ ਮੈਂ ਕੱਲ ਕੀਤਾ ਹੈ, ਉਹ ਵੀ ਪੂਰਬ ਹੈ। ਜੋ ਮੈਂ 1 ਮਹੀਨੇ ਪਹਿਲੇ ਕੀਤਾ ਹੈ, ਉਹ ਵੀ ਪੂਰਬ ਹੈ। ਜੋ 1 ਸਾਲ ਪਹਿਲੇ ਕੀਤਾ ਹੈ, ਉਹ ਵੀ ਪੂਰਬ ਹੈ। ਜੋ 1 ਜਨਮ ਪਹਿਲੇ ਕੀਤਾ ਹੈ, ਉਹ ਵੀ ਪੂਰਬ ਹੈ। ਅੱਜ ਮੈਨੂੰ ਫਲ ਮਿਲਿਆ ਹੈ ਕੁਛ, ਪਤਾ ਨਹੀਂ ਇਹ ਕੱਲ ਦਾ ਬੀਜਿਆ ਹੋਇਆ ਹੈ ਕਿ ਸਾਲ ਪਹਿਲੇ ਦਾ ਬੀਜਿਆ ਹੋਇਆ ਹੈ, ਕਿ 10 ਸਾਲ ਪਹਿਲੇ ਦਾ ਬੀਜਿਆ ਹੋਇਆ ਹੈ, ਕਿ ਪਿਛਲੇ ਜਨਮ ਦਾ ਬੀਜਿਆ ਹੋਇਆ। ਫਲ ਅੱਜ ਮਿਲਿਆ ਹੈ। ਇਸ ਵਾਸਤੇ ਮਨੁੱਖ ਨਿਰਣਾ ਨਹੀਂ ਕਰ ਸਕਦਾ ਇਹ ਕਰਮ ਕਦੋਂ ਕੀਤਾ ਸੀ, ਕਿਸ ਵਕਤ ਕੀਤਾ ਸੀ। ਦੂਰ ਕਿਉਂ ਜਾਓ, ਕਬੀਰ ਵੀ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ। ਇਹ ਪ੍ਰਭੂ ਮੈਨੂੰ ਨਹੀਂ ਕੁਝ ਪਤਾ। ਅੱਜ ਜੋ ਮੇਰੇ ਕੋਲ ਹੈ
कि किहड़ा कर्म और मैं कदों कीता सी, मैनूं नहीं कुछ पता। कारण बीज अज बोंदे हां, फल अज है कोई नहीं। गैब है, विचकार समय का अंतराल है, विचकार समय का बहुत वड्डा गैब है। कर्म ते फल विचकार बहुत वड्डा गैब है। इस गैब करके, इस अंतराल करके पता नहीं चलता किहड़े कर्म। कबीर जैसा संत भी कहते मैनू नहीं कुछ समझ, अपने कर्म की गत मैं क्या जानू, क्या जानू बाबा है। हे प्रभु मैं की जाना, अज जो कुछ मेरे कोल है पता नहीं किहड़ा बोया होया बीज फलीभूत होया। अज दा कीता सतसंग भी कोई पुरबले बीज दा फल है, ते अज दा बीजे होया भी फलीभूत होवेगा। कदों फलीभूत होवेगा ये परमात्मा जाने। मैं कणक अज बीज रहा ते इतना मैनू पता है, हुण 5 महीने बाद मैनू फसल मिल जाए। मैं चने अज बीज रहा ते इतना मैनू पता है 4-5 महीने बाद मैनू ये चने अनंत गुणा होके मिल जाएंगे, प्राप्त हो जाए। मैं अंब दा बूटा ला रहा, अजकल नर्सरी च इस तरह के बूटे मिलते पे ने जो गारंटी देंगे ने 4 साल बाद फल देगा, 5 साल बाद देगा, 6 साल बाद देगा। इस तरह के पौधे मिलने लग गए कलमी अंब। पर मैं कर्म अज कर रहा, जीवन की धरती च बीज अज बीज रहा, फल कदों होगा कुछ निश्चित नहीं, कुछ भी निश्चित नहीं, कतई निश्चित नहीं। मैं जमीन के जो बीजे है कुछ ना कुछ निश्चित है। 5 साल बाद कणक वड्डांगा, 5 साल बाद मैनू 5 महीने बाद कणक मिल जाएगी, 5 महीने बाद चने मिल जाने, निश्चित है। कुछ ना कुछ तो अंदाजा है। कर्म मैं अज कर रहा, हुणे फल भी बहुत कदों होगा इहदा बोध कोई नहीं, कुछ निश्चित निर्धारित नहीं किया जा सकता। इस वास्ते धार्मिक कर्म करन लग्या बहुतियां दी मायूसी बनी रहिंदी। कणक बीजन लग्या मायूसी नहीं होंदी, 5 महीने बाद वड्डांगे फसल मिलेगी। चौल बीजन लग्या मायूसी नहीं होंदी, चने बीजन लग्या, मकई बीजन लग्या मायूसी नहीं होंदी, 4-5 महीने बाद चलियां मिलणगी मकई दी। मैं अज वाहिगुरू वाहिगुरू जप रहा, मैं अज बाणी पढ़ रहा, पर चूंकि निश्चित कुछ नहीं है, समा निर्धारित कुछ नहीं है, इस वास्ते हर धार्मिक कर्म करदे धार्मिक लोगों की मायूसी बनी रहती। उत्थे वो उत्साह नहीं आता जिहड़ा एक किसान कोल कणक बीजन लग्या हुंदा। उत्थे वो उमंग नहीं आती जिथे एक जमींदार कोल जदों मकई बीजदा है ते उमंग है। 5 महीने बाद 6 महीने बाद आपां मकई वड्डनी है, छलियां तोड़नी है। कुछ निश्चित नहीं। अज दा सतसंग कदों फलीभूत हो, निश्चित कुछ नहीं। इत्थे इस तरह भी है, अज सतसंग कीता शायद अज ही फल, अज ही हुणे जमीन दे अज बीज बीजे हुणे फल नहीं है, ਇਹਦਾ फल हुणे हो सकता हुणे। बाबा फरीद कहते भी ने, अगर अज मैनू नहीं मिल सकिया तो ਇਹਦੇ ਚ मेरी ढिल है, कुछ मेरी कमजोरी है, परमात्मा की तरफों नहीं है। आज मिलावा शेख फरीद ताकम कूंजणियां मनो मचिंदनियां, ਇਹ ਵਾਸ਼ਨਾਵਾਂ जो मन नू टिकण ही नहीं देंदियां। देखो ये जिहड़ा तन है ना, इनू भजन दौड़न वास्ते अस्थान चाहिए, स्पेस चाहिए, जगह चाहिए। ये देश दे अस्थान दे भरवण करदा है। काम कार करना है, खेडना है, मकान बनाना है, कारोबार व्यवहार चलाना है, फैक्ट्री बनानी है, तो जगह तो चाहिए। तन नू भजन दौड़न वास्ते अस्थान चाहिए। मन अस्थान दे नहीं दौड़दा। अब सारे सियाणे मन किस दे दौड़दा है? काल दे दौड़दा है, समय च दौड़दा है, अस्थान दे नहीं चाहिए। मन नू अस्थान चाहिए ही नहीं, ये अस्थान दे नहीं दौड़दा। गहराई नाल लेना इसनूं, मन समय दे दौड़दा, मन वकत दे दौड़दा है, मन काल दे दौड़दा है, चला जाता है दौड़ के भविष्य दे, आने वाले कल दे चला जाता है, दौड़ के गुजरे हुए कल दे, भूतकाल दे, बस दौड़दा ही रहता है, कदी भविष्य दे, कदी भूतकाल दे। इहदी भज दौड़ बनी रहती है। मन कर्म मैं हुण कर रहा, वाहिगुरू वाहिगुरू मैं हुण जप रहा, ते मन है किधरे भविष्य दे, हुण है कोई नहीं। जिन्हें फल खाना है वो हुण कोई नहीं,
ਪ੍ਰਭੂ ਤੇ ਹੁਣ ਫਲ ਲਾ ਰਿਹਾ ਹੈ, ਖਾਣ ਵਾਲਾ ਕੋਈ ਨਹੀਂ। ਪ੍ਰਭੂ ਤੇ ਮੇਰੇ ਬੀਜੇ ਹੋਏ ਨੂੰ ਹੁਣ ਫਲੀ ਬਹੁਤ ਕਰ ਰਿਹਾ ਹੈ, ਪਰ ਜਿਹਨੇ ਇਹ ਰਸ ਲੈਣਾ ਹੈ ਉਹ ਤੇ ਚਲਾ ਗਿਆ ਭੂਤਕਾਲ ਦੇ ਵਿੱਚ, ਉਹ ਤੇ ਚਲਾ ਗਿਆ ਭਵਿਸ਼ ਦੇ ਵਿੱਚ। ਮੈਨੂੰ ਅੱਜ ਪਾਠ ਕਰਨ ਦਾ ਆਨੰਦ ਨਹੀਂ ਆਇਆ, ਇਹਦਾ ਇਹ ਮਤਲਬ ਨਹੀਂ ਅੱਜ ਰੱਬ ਨੇ ਫਲੀਭੂਤ ਨਹੀਂ ਕੀਤਾ, ਅੱਜ ਕੀਤਾ ਹੈ, ਪਰ ਅੱਜ ਮੈਂ ਹੈਗਾ ਹੀ ਨਹੀਂ ਸੀ। ਫਲ ਕੌਣ ਖਾਵੇ? ਦਰਖਤਾਂ ਨੂੰ ਜਦ ਫਲ ਲੱਗਦੇ ਨੇ ਤੋੜੇ ਨਾ ਜਾਣ, ਪੱਕ ਕੇ ਗਿਰ ਜਾਂਦੇ ਨੇ। ਸਾਡਾ ਕੀਤਾ ਹੋਇਆ ਜਪ ਤਪ ਫਲੀਭੂਤ ਹੋ ਕੇ ਰੋਜ਼ ਹੀ ਗਿਰ ਜਾਂਦਾ ਹੈ, ਰੋਜ਼। ਇਸ ਨੂੰ ਇਸ ਤਰ੍ਹਾਂ ਲੈਣਾ ਸਾਡੇ ਪੱਲੇ ਨਹੀਂ ਪੈਂਦਾ, ਕਿਉਂ? ਅਸੀਂ ਹੁੰਦੇ ਹੀ ਨਹੀਂ। ਜਿਹਨੇ ਖਾਣਾ ਹੈ ਉਸ ਫਲ ਨੂੰ ਹੁੰਦਾ ਹੀ ਨਹੀਂ। ਉਹ ਕਿੱਥੇ ਚਲਾ ਜਾਂਦਾ ਹੈ? ਉਹ ਭੂਤਕਾਲ ਦੇ ਚਲਾ ਜਾਂਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ, ਉਹ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ, ਮਨ ਭਟਕਦਾ ਹੈ ਕਾਲ ਦੇ ਚ। ਮੈਂ ਫਿਰ ਅਰਜ਼ ਕਰਾਂ, ਐਸਾ ਨਹੀਂ ਕਿ ਅੱਜ ਮੈਂ ਕੀਰਤਨ ਕੀਤਾ ਹੈ ਤੇ ਰੱਬ ਨੇ ਉਹਨੂੰ ਫਲ ਨਹੀਂ ਲਾਏ, ਅੱਜ ਹੀ ਲਾਏ ਨੇ, ਹੁਣੇ ਹੀ ਲਾਏ, ਉਹਨੇ ਤੇ ਲਾ ਦਿੱਤੇ ਨੇ। ਖਾਣ ਵਾਲਾ ਨਹੀਂ ਸੀ, ਜਿਹਨੇ ਖਾਣਾ ਹੈ ਉਹ ਨਹੀਂ ਹੈ। ਅੱਜ ਮੈਂ ਪਾਠ ਕੀਤਾ ਹੈ, ਇਹਦਾ ਇਹ ਮਤਲਬ ਨਹੀਂ ਗੁਰੂ ਨੇ ਅੱਜ ਫਲ ਨਹੀਂ ਲਾਏ, ਲਾਏ। ਉਸ ਫਲ ਨੂੰ ਖਾਣ ਵਾਲਾ ਨਹੀਂ ਸੀ, ਉਹ ਚਲਾ ਗਿਆ। ਪਰਮਾਤਮਾ ਰੋਜ਼ ਫਲੀ ਬਹੁਤ ਕਰਦਾ ਹੈ, ਫਲ ਰੋਜ਼ ਹੀ ਡਿੱਗ ਜਾਂਦੇ ਨੇ, ਗਿਰ ਜਾਂਦੇ ਨੇ, ਖਾਣ ਵਾਲੇ ਕੋਈ ਨਹੀਂ। ਐਸਾ ਨਹੀਂ ਕਿ ਪਰਮਾਤਮਾ ਕਿਸੇ ਵਕਤ ਉਪਲਬਧ ਹੈ ਤੇ ਕਿਸੇ ਵਕਤ ਨਹੀਂ। ਦੇਖੋ, ਕਿਸੇ ਮਿਨਿਸਟਰ ਨੂੰ, ਗਵਰਨਰ ਨੂੰ ਮਿਲਣ ਵਾਸਤੇ ਜਾਈਏ, ਹਰ ਵਕਤ ਉਪਲਬਧ ਨਹੀਂ ਹੈ, ਹਰ ਵਕਤ ਉਪਲਬਧ ਨਹੀਂ ਹੈ। ਮੈਨੂੰ ਅੰਬ ਚਾਹੀਦੇ ਨੇ ਔਰ ਉਹ ਵੀ ਕਲਮੀ ਦਸ਼ਹਿਰੀ, ਹਰ ਵਕਤ ਉਪਲਬਧ ਨਹੀਂ ਹੈ, ਰੁੱਤ ਦੇ ਮੁਤਾਬਕ, ਮੌਸਮ ਦੇ ਮੁਤਾਬਕ। ਦਰਖਤਾਂ ਦੇ ਫਲ ਹਰ ਵਕਤ ਉਪਲਬਧ ਨਹੀਂ ਹੈ। ਨਾਮ ਬੀਜ ਦਾ ਫਲ ਹਰ ਵਕਤ ਉਪਲਬਧ ਹੈ, ਕਿਉਂਕਿ ਪਰਮਾਤਮਾ ਹਰ ਵਕਤ ਮੌਜੂਦ ਹੈ। ਇਹਨੂੰ ਬੜੀ ਗਹਿਰਾਈ ਨਾਲ ਲੈਣਾ। ਅਗਰ ਮੇਰੇ ਨਾਮ ਜਪਨ ਦਾ ਫਲ ਪਰਮਾਤਮਾ ਮਿਲਣਾ ਹੈ ਤਾਂ ਪਰਮਾਤਮਾ ਤਾਂ ਹਰ ਵਕਤ ਹੈ, ਮੈਂ ਹਰ ਵਕਤ ਨਹੀਂ ਆਉਂਦਾ। ਬਸ ਇੰਨੀ ਗੱਲ ਹੈ। ਖਾਸ ਕਰਕੇ ਮੈਂ ਉਸ ਵਕਤ ਨਹੀਂ ਆਉਂਦਾ ਜਦ ਮੈਂ ਪਾਠ ਕਰ ਰਿਹਾ ਹੁੰਦਾ, ਉਸ ਵਕਤ ਮੈਂ ਨਹੀਂ ਆਉਂਦਾ ਜਦ ਕੀਰਤਨ ਸੁਣ ਰਿਹਾ ਹੁੰਦਾ, ਕੀਰਤਨ ਕਰ ਰਿਹਾ ਹੁੰਦਾ, ਪਾਠ ਕਰ ਰਿਹਾ ਹੁੰਦਾ, ਜਪ ਕਰ ਰਿਹਾ ਹੁੰਦਾ। ਪ੍ਰਭੂ ਤੇ ਉਪਲਬਧ ਹੈ, ਉਹਦੇ ਫਲ ਲਾ ਦਿੰਦਾ, ਫਲ ਲੱਗੇ ਹੋਏ ਨੇ। ਐਸਾ ਸਤਿਗੁਰ ਦੀ ਬਾਣੀ ਦਾ ਵਾਕ ਵੀ ਹੈ। ਕਬੀਰ ਤੇ ਬੜੀ ਕੀਮਤੀ ਗੱਲ ਕਰਦਾ, ਕਬੀਰ ਐਸਾ ਬੀਜ ਬੋਏ 12 ਮਾਸ ਫਲਨ। ਇਹ ਨਹੀਂ ਕਿ ਇਹ ਫਲ ਕਿਸੇ ਵਕਤ ਉਪਲਬਧ ਹੋਵੇਗਾ ਰੁੱਤ ਦੇ ਮੁਤਾਬਕ। ਅੰਬ ਮਿਲਣਗੇ ਰੁੱਤ ਦੇ ਮੁਤਾਬਕ, ਆਲੂ ਬੁਖਾਰੇ ਮਿਲਣਗੇ ਰੁੱਤ ਦੇ ਮੁਤਾਬਕ, ਬਿਨਾਂ ਰੁੱਤ ਦੇ ਨਹੀਂ। ਸੰਤਰੇ ਮਿਲਣਗੇ ਰੁੱਤ ਦੇ ਮੁਤਾਬਕ ਨਹੀਂ। ਪਰਮਾਤਮਾ ਹਰ ਵਕਤ ਉਪਲਬਧ ਹੈ, ਹਰ ਜਗ੍ਹਾ ਵਿੱਚ ਉਪਲਬਧ ਹੈ, ਹਰ ਸਮੇਂ ਉਪਲਬਧ ਹੈ। ਇਹ ਫਲ ਹਰ ਵਕਤ ਮੌਜੂਦ ਹੈ, ਪਰ ਜਿਹੜਾ ਬੀਜਦਾ ਹੈ ਉਹ ਬੀਜਣ ਵਾਲਾ ਮੌਜੂਦ ਨਹੀਂ ਹੁੰਦਾ, ਬੀਜਦਿਆਂ ਸਮਿਆਂ ਵੀ ਮੌਜੂਦ ਨਹੀਂ ਹੁੰਦਾ। ਮਨ ਕਬੀਰ ਤਾਂ ਹੀ ਕਹਿੰਦੇ ਨੇ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਟੁਕ ਦਮ, ਇੱਕ ਦਮ ਦੇ ਟਿਕ ਜਾ। ਦੇਖੋ, ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕੋ ਹੀ ਦਮ ਲੱਗਿਆ ਨਾ, ਟਿਕ ਜਾ ਇੱਥੇ। ਹਾਜ਼ਰ ਹਜ਼ੂਰ ਖੁਦਾ, ਉਤੇ ਹਾਜ਼ਰ ਨਾਜ਼ਰ ਹੈ, ਉਤੇ ਹਰ ਵਕਤ ਉਪਲਬਧ ਹੈ। ਧਾਰਮਿਕ ਜਗਤ ਦੇ ਇਹ ਬੜੇ ਕੀਮਤੀ ਬੋਲ ਨੇ। ਤੈਨੂੰ ਪ੍ਰਮਾਤਮਾ ਨਹੀਂ ਮਿਲਿਆ, ਰੁੱਤ ਦੀ ਗੱਲ ਨਹੀਂ ਹੈ, ਹਰ ਵਕਤ ਉਪਲਬਧ ਹੈ, ਤੂੰ ਨਹੀਂ ਹੈ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਇਹ ਹੈ, ਆਪਣੇ ਆਪ ਨੂੰ ਮੌਜੂਦ ਰੱਖਣਾ। ਪਰਮਾਤਮਾ ਤੇ ਮੌਜੂਦ ਹੈ। ਜੈ ਦਿਲ ਦੇਖਾਂ ਤੈ ਦਿਲ ਮੌਜੂਦ, ਸਿਦਕ ਕਰ ਸਜਦਾ ਮਨ ਕਰ ਮਕਸੂਦ। ਜੈ ਦਿਲ ਦੇਖਾਂ ਤੈ ਦਿਲ ਮੌਜੂਦ। ਭਗਤ ਕਬੀਰ। ਸਿਦਕ ਕਰ ਸਜਦਾ, ਮੱਥਾ ਟੇਕ ਰਿਹਾ ਹੈ, ਸਿਦਕ ਨਹੀਂ ਹੈ ਤੇਰਾ, ਭਰੋਸਾ ਨਹੀਂ ਹੈ, ਫਿਰ ਇੰਜ ਸਮਝ ਲਓ ਤੂੰ ਹੀ ਮੌਜੂਦ ਨਹੀਂ ਹੈ, ਖੁਦਾ ਤੇ ਮੌਜੂਦ ਹੈ। ਸਿਦਕ ਕਰ ਸਜਦਾ ਮਨ ਕਰ ਮਕਸੂਦ। ਮਕਸਦ ਜਿਸਨੇ ਫਲ ਪ੍ਰਾਪਤ ਕਰਨਾ ਹੈ ਉਹਨੂੰ ਸਾਹਮਣੇ ਰੱਖ, ਉਹਨੂੰ ਮੌਜੂਦ ਰੱਖ, ਖੁਦਾ ਤੇ ਮੌਜੂਦ ਹੈ। ਦਰਅਸਲ ਕਹਿੰਦੇ ਬਾਰਿਸ਼ ਤੇ ਹਰ ਵਕਤ ਹੋ ਰਹੀ ਹੈ, ਸਾਡੇ ਕੋਲ ਭਾਂਡਾ ਨਹੀਂ ਆਉਂਦਾ, ਬਰਤਨ ਨਹੀਂ ਆਉਂਦਾ। ਪ੍ਰਮਾਤਮਾ ਨਹੀਂ ਮਿਲਿਆ, ਇਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਮੌਜੂਦ ਨਹੀਂ ਸੀ, ਉਪਲਬਧ ਨਹੀਂ ਸੀ, ਉਪਲਬਧ ਸੀ, ਮੈਂ ਮੌਜੂਦ ਨਹੀਂ ਸੀ। ਜਿਸ ਦਿਨ ਵੀ ਰਸ ਨਾ ਆਵੇ ਜਾਂ ਨਹੀਂ ਆ ਰਿਹਾ,
ਕਹਿ ਦੇਣਾ ਮੌਜੂਦ ਨਹੀਂ ਹੁੰਦੇ, ਅਸੀਂ ਰੱਬ ਤੇ ਹੁੰਦਾ। ਇਹ ਨਹੀਂ ਕਿ ਗੁਰਬਾਣੀ 'ਚ ਕਿਸੇ ਵਕਤ ਰਸ ਹੁੰਦਾ ਤੇ ਕਿਸੇ ਵਕਤ ਨਹੀਂ। ਪ੍ਰਭੂ ਦੇ ਨਾਮ ਦੇ 'ਚ, ਵਾਹਿਗੁਰੂ ਦੇ 'ਚ ਕਿਸੇ ਵਕਤ ਰਸ ਹੁੰਦਾ ਤੇ ਕਿਸੇ ਵਕਤ ਨਹੀਂ। ਕਿਸੇ ਵਕਤ ਵਾਹਿਗੁਰੂ ਬੇਰਸ ਹੋ ਜਾਂਦਾ, ਕਿਸੇ ਵਕਤ ਬਾਣੀ ਬੇਰਸ ਹੋ ਜਾਂਦੀ। ਕਈ ਕਹਿੰਦੇ ਨੇ ਅੱਜ ਪਾਠ ਕੀਤਾ ਹੈ ਰਸ ਆ ਗਿਆ, ਪਰ ਗਿਆਨੀ ਜੀ ਕਈ ਦਫਾ ਕਰਦੇ ਆ ਕੁਝ ਵੀ ਨਹੀਂ। ਤੇ ਇਹਦਾ ਮਤਲਬ ਕਿਸੇ ਵਕਤ ਬਾਣੀ ਬੇਰਸ ਹੋ ਜਾਂਦੀ ਹੈ, ਰੱਬ ਦਾ ਨਾਮ ਬੇਰਸ ਹੋ ਜਾਂਦਾ ਨਹੀਂ। ਰਸ ਤੇ ਬਣਿਆ ਹੁੰਦਾ, ਤੂੰ ਹੁੰਦਾ ਨਹੀਂ ਹੋ ਬੈਨੀ। ਤੂੰ ਆਪਣੇ ਆਪ ਨੂੰ ਮੌਜੂਦ ਨਹੀਂ ਰੱਖਦਾ, ਖੁਦਾ ਤੇ ਮੌਜੂਦ ਹੈ। ਉਹ ਤੇ ਹਰ ਵਕਤ ਮੌਜੂਦ ਰਹਿੰਦਾ, ਤੂੰ ਮੌਜੂਦ ਨਹੀਂ ਰਹਿੰਦਾ। ਔਰ ਇਸ ਤਰ੍ਹਾਂ ਸੰਬੰਧ ਨਹੀਂ ਜੁੜਦਾ। ਟੁਕਦਮ करारी जो करो हाजिर हजूर खुदाए, भुल के भी किसी को ना पुछना है पता नहीं रस क्यों नहीं आ रहा। ये गल याद रखना, रस्ते बरस रहे हैं, ऐन मूसलाधार बारिश हो रही है, मैं मौजूद नहीं, मैं मौजूद नहीं तो परमात्मा ते इल्जाम आ जाएगा। वो किसी वक्त रस है, किसी वक्त बेरस है। नहीं तो बाणी ते इल्जाम आ जाएगा, किसी वक्त आनंद है, किसी वक्त दुख है, कुछ भी नहीं है। कबीर ऐसा बीज बोए बारह मास परंत, शीतल छाया गहर फल पंछी केल करंत। 12 महीने फलीभूत, 12 महीने ही फल लगे ने। तो वाहिगुरु वाहिगुरु जप रहे हैं, उसे वक्त फल। वाहिगुरु 12 महीने मौजूद है, रुत दे मुताबिक नहीं, हर वक्त उपलब्ध है। रस तैनों नहीं आया, तू मौजूद नहीं है। धर्म की सारी साधना है अपने आप को मौजूद रख। जे जबान दे उत्ते बाणी है तो कन्ना को अपने मन को भी मौजूद रख। सुने मन मौजूद नहीं होता। हुण मैं फिर दोहरावां, मन चला जाता है समय विच। समा है तो इको ही है, पर मनुख करके समय की वंड हो जाती है। अगर मनुख ना होवे तो ना कोई भूतकाल है, ना कोई भविष्य है, बस समा समा है, वक्त है। पर वक्त दे 3 रूप सिर्फ मनुख करके ने। मेरा कुछ गुजरिया होया समय बचपना है, मेरा कुछ भूतकाल है, मेरा कुछ भविष्य है, मेरा कुछ वर्तमान है। मेरे करके समय दे 3 रूप बन गए। उनके समा इको ही है। हुण दूसरा मैं अर्ज करा, भूतकाल दे मन चला गया है, प्रभु तो दूर चला गया। भविष्य दे चला गया, दूर चला गया। अगर वर्तमान दे आया है तो नेड़े, जरा नेड़े आ गए। वर्तमान नेड़े तदी भाई गुरदास कहते ने, वर्तमान विच वरतदा होवन हार सोई परवाना। वर्तमान विच मन नूं ले आइए तो भाई साहब भाई गुरदास कहते पहले ये देख लें, जो कुछ हो जाए, जो कुछ है वो कबूल कर लें, परवान कर लें। मन भावदा होवे फिर मन नूं कबूल है, मन भावदा नहीं होया फिर कबूल नहीं। होवन हार जो हो गया उन्होंने कबूल कर ले। दुख है, सुख है, नफा है, नुकसान है, इज्जत है, बेइज्जती है, कबूल कर ले। मनुख एक नूं कबूल करता है, एक नूं नहीं तो मन दुफाड़ हो जाता है। मन वर्तमान विच नहीं होता। जो मैं चाहया सी अज होया नहीं, शायद भविष्य दे च होवे, मन भविष्य दे चला जाता। जो मैं चाहता पिया हुण ते कोई नहीं, ये पहले है सी मेरे को, तो मन चला जाता है भूतकाल दे च। जो मिलिया सी ते चला गया उन्होंने याद करता है, जो नहीं मिलिया मिले भविष्य दे चला जाता है, याद करता है। यादां दे भूतकाल भविष्य। जो मिलिया होया सी चला गया उन्होंने याद करता है। जो चाहते हैं मिले मन उसदे चला जाता है, उहदी यादां चला जाता है। भूतकाल दीयां यादां ते फिर भविष्य की चिंता, इस तरह भटकना बनी रहती। मन अनेकां रूप अंदर बदलता है, अनेकां तरह दीयां भावुकतावां, तो चेहरे का रंग भी बदलता रहता है। दुश्मन की याद आ गई, अखां कुछ होर, चेहरा कुछ होर। पुत्र की याद आ गई है, चेहरा कुछ होर। भरा की याद आ गई, मां की याद आ गई है, पिता की याद आ गई है, पति की याद आ गई है, पत्नी की याद आ गई है, चेहरा बदलता ही रहता है, बदलता ही रहता है। ऐने रूप धन गुरु गोबिंद सिंह जी महाराज अगम्मी बाणी जाप साहब विच फरमान करते हैं, एक मूर्त अनेक दर्शन। बड़े दर्शन ने प्रभु दे। एक मूर्त अनेक दर्शन, किन रूप अनेक। खेल खेल अखेल खेलन, अंत को फिर एक। कि इतने रूप क्यों ने? कलगीधर कहते हैं किसी वहम च ना पाना, तमाशा उहदा खेल है।
ਇਹ ਰਾਮਲੀਲੇ ਵਿੱਚ ਇੱਕ ਰਾਮ ਬਣ ਗਿਆ, ਐਕਟਰ ਦੂਜਾ ਹੈ ਨਹੀਂ ਸੀ, ਉਹੀ ਰਾਵਣ ਬਣ ਗਿਆ। ਫਿਰ ਉਹੀ ਰਾਵਣ ਬਣ ਗਿਆ। ਉਹਨਾਂ ਕੋਲ ਹੋਰ ਐਕਟਰ ਕੋਈ ਨਹੀਂ ਸੀ, ਉਹੀ ਹਨੂਮਾਨ ਬਣ ਗਿਆ। ਇੱਕੋ ਹੀ ਬੰਦਾ ਹਨੂਮਾਨ ਵੀ ਬਣ ਜਾਂਦਾ ਹੈ, ਰਾਮ ਵੀ ਬਣ ਜਾਂਦਾ ਹੈ, ਰਾਵਣ ਵੀ ਬਣ ਜਾਂਦਾ ਹੈ। ਇਹ ਤੇ ਇੱਕੋ ਹੀ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਜੇ ਹਨੂਮਾਨ ਤੇ ਰਾਮ ਤੇ ਰਾਵਣ, ਉਹ ਜੋ ਮੁਖੌਟੇ ਪਹਿਨ ਰੱਖੇ ਨੇ, ਉਹ ਜੋ ਲਿਬਾਸ ਪਹਿਨ ਲੈ, ਉਹ ਇੱਕ ਪਾਸੇ ਕਰ ਦੇਣ, ਆਪਣਾ ਰੰਗ ਰੂਪ ਇੱਕ ਪਾਸੇ ਕਰ ਲੈਣ, ਫਿਰ ਇੱਕ ਉਹੀ। ਨਾ ਉਹ ਰਾਮ, ਨਾ ਹੁਣ ਰਾਵਣ, ਨਾ ਉਹ ਹਨੂਮਾਨ। ਬਸ ਪਰਮਾਤਮਾ ਇਸ ਤਰ੍ਹਾਂ ਰੂਪ ਬਦਲਦਾ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਧਰਮ ਦੀ ਸਾਧਨਾ ਹੈ ਅਨੇਕਤਾ ਵਿੱਚ ਇੱਕ ਨੂੰ ਵੇਖਣਾ। ਜਿਹਨੂੰ ਦਿਖਾਈ ਦੇ ਰਿਹਾ ਸਮਝ ਲਓ ਭਗਤ ਹੈ। ਅਨੇਕਤਾ ਵਿੱਚ ਇੱਕ ਦਿਖਾਈ ਦੇਵੇ ਤਾਂ ਫਿਰ ਕੀ ਕਰਨਾ ਹੁੰਦਾ ਹੈ? ਕਹਿੰਦੇ ਮਨ ਨੂੰ ਇੱਕ ਕਰ, ਮਨ ਦੁਖਾੜੇ ਤੇਰਾ ਇਕਾਗਰ ਕਰ, ਇੱਕ ਕਰ। ਮਨ ਇੱਕ ਹੁੰਦਾ ਨਹੀਂ। ਇਸ ਵਾਸਤੇ ਹਰ ਵਕਤ ਅਨੇਕਤਾ ਬਣੀ ਰਹਿੰਦੀ ਹੈ। ਧਰਮ ਦੀ ਸਾਧਨਾ ਹੈ ਕੀਰਤਨ ਦੇ ਰਾਹੀਂ, ਵਾਹਿਗੁਰੂ ਮੰਤਰ ਦੇ ਰਾਹੀਂ, ਬਾਣੀ ਦੇ ਪਾਠ ਦੇ ਰਾਹੀਂ ਇਹਨੂੰ ਇੱਕ ਕਰ। ਜੈਸੇ ਕੋਈ ਆਪਣਾ ਮਨ ਇੱਕ ਕਰ ਲੈਂਦਾ ਹੈ, ਅਨੇਕਤਾ ਵਿੱਚ ਇੱਕ ਦਿਖਾਈ ਦੇਣ ਲੱਗ ਪੈਂਦਾ। ਉਹੀ ਰਾਮ ਹੈ, ਉਹੀ ਰਾਵਣ ਹੈ, ਉਹੀ ਹਨੂਮਾਨ। ਜੈਸੇ ਕੋਈ ਮਨ ਆਪਣਾ ਇੱਕ ਕਰ ਲੈਂਦਾ ਹੈ, ਸਾਰੀਆਂ ਕਿਰਨਾਂ ਵਿੱਚ ਉਹੀ ਸੂਰਜ ਹੈ, ਸਾਰੀਆਂ ਲਹਿਰਾਂ ਵਿੱਚ ਉਹੀ ਸਾਗਰ ਹੈ, ਸਾਰੇ ਰੂਪਾਂ ਵਿੱਚ ਉਹੀ ਅਰੂਪ ਹੈ, ਉਹੀ ਅਰੂਪ। ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਹ ਦ੍ਰਿਸ਼ਟੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੜੀ ਪ੍ਰਬਲ ਹੈ। ਐਵੇਂ ਨਹੀਂ ਕਨਈਏ ਨੂੰ ਝਾੜ ਪਾਈ ਸੀ ਵੀ ਤੂੰ ਅਧੂਰਾ ਕੰਮ ਕਰਦਾ, ਸਿਰਫ ਪਾਣੀ ਪਿਲਾਉਂਦਾ, ਜਾਂ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਦਿੱਤਾ, ਆਪਣੇ ਕੋਲੋਂ ਦਿੱਤੀ। ਅਧੂਰਾ ਕੰਮ ਕਿਉਂ ਕਰਦਾ? ਅਨੇਕਾਂ ਰੂਪਾਂ ਵਿੱਚ ਉਸੇ ਦੀ ਝਲਕ। ਮਹਾਰਾਜ ਕਹਿੰਦੇ ਨੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ, ਅਕਾਲ ਉਸਤਤ। हे ਪ੍ਰਭੂ, ਮੈਂ ਦੇਖਦਾ ਕਿਧਰੇ ਤੂੰ ਫੁੱਲ ਬਣ ਕੇ ਮੇਰੇ ਅੱਗੋਂ ਫੁੱਲੇ ਹੈ, ਤੂੰ ਹੀ ਹੈ, ਹੋਰ ਕੋਈ ਨਹੀਂ ਹੈ। ਇੰਨਾ ਕੋਮਲ, इतना सुंदर, इतना सुगंधित। कहूं फूल होए के भले राग फूले, कहूं भंवर होए के भली भांत भूले, कहूं पवन होए के बहे बेग ऐसे, कहे मोह न आवे कथों ताए कैसे। किधरे मैं तेरा बहाव देखदा पिया पवन विच, हे प्रभु मैं किधरे तेरा ठहराव देखदा पिया पहाड़ां विच, मैं किधरे तेरा स्वप्न देखदा पिया फुल्लां विच। एक मूरत अनेक दर्शन। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ, ਉਹਨਾਂ ਦੀ ਦ੍ਰਿਸ਼ਟੀ ਮੈਂ ਤੁਹਾਡੇ ਸਾਹਮਣੇ ਸਵਈਆਂ ਦੇ ਰੂਪ ਵਿੱਚ ਰੱਖਾਂ। ਮਹਾਰਾਜ ਕਹਿੰਦੇ ਨੇ, ਕਤਹੁ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੇ ਸੋਵਤ ਅਚੇਤੋ। ਕਿਧਰੇ ਤੂੰ ਬੜਾ ਚੇਤਨ, ਸਾਵਧਾਨ, ਸਿਆਣਾ, ਕਿਧਰੇ ਬਿਲਕੁਲ ਅਚੇਤ, ਉੱਕੀ ਅਚੇਤ। ਉਹ ਮੂਰਖ ਨੂੰ ਦੇਖ ਕੇ ਨਫ਼ਰਤ ਹੋਵੇਗੀ ਨਾ, ਇਹ ਮੂੜ ਹੈ। लेकिन जिस दिन दृष्टि एक हो जाती है, मन एक हो जाता है, न को मूर्ख न को सियाणा, वरते सब कुछ तेरा भाणा, ये हो जाता है। कतहूं सुचेत होय के चेतना को चार कियो, कतहूं अचिंत होय के सोवत अचेत हो, कतहूं भिखारी होय के मांगत फिरत भीख, कहूं महादान होय के मांग्यो धन देत। प्रभु मैं देखदा पिया किधरे हथ फैला के मंगदा पिया, बड़ा भिखारी। एक दाते एक बेखारी जी, सब तेरे चोज विडाणा। गुरु रामदास। कतों भिखारी होए के मांगत फिरत भीख, कहूं महादान होए के मांग्यो धन दे। तो मंगते च भी जिन्हों प्रभु की झलक मिले, मंगते नाल घिरणा करेगा। सब तेरे चोज विडाणा। एक दाते एक बेखारी जी, सब तेरे चोज विडाणा। कतों भिखारी होए के मांगत फिरत भीख, कहूं महादान होए के मांग्यो धन दे। तो किधरे तू माड़ा मोटा दानी नहीं, महादानी, बड़ा वड्डा दान पिया करना। दानी दे भी किधरे व्यक्ति नूं देखोगे, घृणा भी हो सकती है, नफरत भी हो सकती है, ईर्षा भी हो सकती है, पर उहदे विच भी प्रभु ने देखिए, फिर खेड कुछ होर बनती। कहूं महादान होए के मांगे धन दे। तो कहूं महाराजन को दीजत अनंत दान, कहूं महाराजन ते छीन चित ले। तो किधरे तू किसी नूं हुक्मरान बना देना, राजा बना देना, फिर किधरे राजपाट सारे दा सारा खो लेना। इनू गुरु तेग बहादुर साहब जी महाराज इंज प्रमाण करते हैं, खिन में अवर खिने में अवरा।
खिनवे रंग राव को करे राव रंग कर डारे, रीते भरे भरे सख नावे, ये तां को व्यवहारे। प्रभु ये तेरा व्यवहार है, धंधा है, खालियां नू भर देंदा, भरियां नू खाली कर देंदा, यही कुछ करता रहना। तेरा तमाशा भरदा रहिंदा, फिर खाली कर छड़दा, खाली कर देंदा, फिर भर देंदा। ये भरना ते खाली करना, जन्म दे दिता फिर मरण कर देंदा, फिर जन्म दे देंदा, फिर मरण कर देंदा। राजा बना दिता, भिखारी बना दिता, हुण भिखारी है फिर राजा बना दिता है। खिनवे रंग राव को करे, बड़े बड़े चोटी दे धनाड़ मैं इन्हां अखां नाल थोड़े ही सालां देखे ने। पहाड़ां जिन्हां दी हस्ती सी कख होए, ते कख होंदे देखे, कुछ भी नहीं। और इन्हां अखां ने देखिया जो कख सन गलियां दे, पहाड़ां वर्गे। खिनवे रंग राव को करे, राव रंग कर डारे, रीते भरे भरे सख नावे, ये तां को व्यवहारे। मैं कखां नू पहाड़ होंदा देखिया और मैं पहाड़ां नू कख होंदा देखिया। इन्हां अखां ने इस तरह दा देखिया। रब्बी कौतक गुरु तेग बहादुर साहब कहंदे ने यही धंधा है उहदा, ये तां को व्यवहार है, ये उहदा धंधा है, रब दा धंधा है, यही कुछ करता रहंदा है, यही कुछ करता रहंदा। कहूं महाराजन को दीजत अनंत दान, कहूं महाराजन ते छीन छित लेत हो, कहूं वेद रीत, कहूं तांसम विपरीत, कहूं त्रिगुण अतीत, कहूं सरगुण समेत। दूसरा सुनो, कहूं जछ गंधर्व पुरग, कहूं विद्याधर, कहूं भय किन्नर, पिसाच कहूं प्रेत। किधरे मैं देखदा तू देवतियां दा बड़ा वड्डा संगीतकार है, रागी है, गंधर्व है, जछ है, पर किधरे तू किन्नर है, ना पुरुष है ना स्त्री है, किन्नर तू ही है। ना तो उसनों पुरुष बनाया, ना तो उसनों स्त्री बनाया। मनुख दिखाई दे रहा है सारे दा सारा संपूर्ण, पर ये पुरुष जैसा भी नहीं है, स्त्री जैसा भी नहीं, किन्नर है। कहूं भय किन्नर पिसाच, कहूं प्रेत, पिसाच भूत प्रेत पिसाच। चंगियां रूहां जो भटकदियां ने उन्हां नूं देवता कहंदे ने, माड़ियां जो भटकदियां ने उन्हां नूं पिसाच भूत प्रेत कहंदे ने। कई को भूत प्रेत सूकर मिर्गाच। बदकिस्मती जिस चीज का बंदे नूं पता नहीं होंदा ना, उसते भी किंतु परंतु करन लग पैंदा। किसी दे प्रश्न ते मैं कई कोट भूत प्रेत सूकर मिर्गाच 15 दिन बोलदा रहा। विदेश की गल है और सारा रिकॉर्ड होया, टीवी ते दिखाते रहे। 5-7 डॉक्टर मैनू मिले, कहते ज्ञानी जी ये नाल ते बड़ा वहम फैलेगा। तो मैं कि फिर पहले गुरु अर्जन देव जी ते इल्जाम ला लो, आखदे ते हो पैन, मैं तो खुलासा किया, मैं तो उसकी व्याख्या की। कई कोट भूत प्रेत सूकर मिर्गाच। जमीन के उत्ते कोई 6.5 अरब के करीब मनुख ने ना इस वक्त, तो गुस्ताखी माओ 6.5 अरब भूत प्रेत भी मान लो। जमीन के उत्ते इस वक्त 6.5 अरब के करीब मनुख हो गए, इतने देवते भी मान लो। देवतियां दा वासा सतसंग दे च आउंदा है, मंदिरां च आउंदा है, मस्जिदां च आउंदा है, दरगाहां ते आउंदा है, गुरुद्वारियां च आउंदा है। भूतां प्रेतां दा वासा वैश्यालियां च आउंदा है, शराबखानियां च आउंदा है, जुए खानियां च आउंदा है। जितने ज्वारी बैठे होंदे ने उतने भूत भी बैठे होंदे। किसी मंदिर के जितने सतसंगी बैठे होंदे ने उतने देवते भी बैठे होंदे। और मैं वो पुरुष भी देखे ने जिन्हां कोल देव दृष्टि है, देवतियां नूं देख लैंदे। अद की मेरे को नहीं आए, हुण सूरत पहुंच रहे ने ज्ञानी बलविंदर सिंह, कनेडा रहिंदे ने, चंगी भजनी आत्मा है। सियाटल की गल है, सियाटल अमेरिका का एक शहर है, जिथे जहाज बनते हैं उत्थे ही बनते हैं, मशहूर है वो, इसे करके वो शहर मशहूर है। जंबो बोइंग बहुत वड्डी कंपनी है बोइंग, तो वह जहाज तरह तरह के बनाते, दुनिया देखण जाती है। उत्थे एक गुरुद्वारा है, 5-7 ट्रस्टियां ने बनाया, लड़ाई झगड़ियां तो तंग आके थां थां ते वो बनाते सन, कब्जा दूजे कर लेंदे सन विच। तो फिर उन्होंने ट्रस्ट बना के अपने कोलों खर्च करके गुरुद्वारा बनाया। जिस दिन बनया मैनू फोन किया, ज्ञानी जी तुसीं सानूं 1 हफ्ता दे दो किसी तरीके नाल। गए उत्थे, फिर मैं कई सालों तो 1 हफ्ता उत्थे ठहरदा हुंदा, प्यार करते हैं। वो उन्होंने जिहड़ा गुरुद्वारा बनाया बिल्कुल पहाड़ के उत्ते है, अलग रमड़ीक जगह। कई दफ़ा मैं 2-3 दिन उंज भी रह जाता हुंदा उत्थे। मैं उन्होंने नहीं दसदा हुंदा भी मैं इत्थे रहना है, भी अज मैं जा रहा, सारा इंतजाम कर लईदा है, फिर मैं 3-4 दिन ठहर जाना। जगह बड़ी रमरीक। कथा के दौरान एक दिन एक सिंह उठ के आया, ज्ञानी बलविंदर सिंह के कोल संगत च बैठे सन। उन्होंने कहंदा है बई इस स्टेज के उत्ते ये 2 बंदे लंबियां लंबियां दाड़ियां वाले कौन बैठे ने, बड़े रूहानी लगते हैं, बड़ा प्रताप लगता है इन्हां दा।
ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਇਕੱਲੇ ਮਸਕੀਨ ਜੀ ਬੈਠੇ ਨੇ। ਕਹਿੰਦੇ ਨਹੀਂ, ਦੋ ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ, ਬੜੇ ਲੰਬੇ ਦਾੜੇ। ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ, ਸਟੇਜ ਤੇ ਕੋਈ ਵੀ ਨਹੀਂ। ਖੈਰ ਬਾਅਦ ਵਿੱਚ ਮੈਂ ਗਿਆਨੀ ਬਲਵਿੰਦਰ ਸਿੰਘ ਨੂੰ ਪੁੱਛਿਆ, ਮੈਂ ਕਿ ਸੰਗਤ ਵਿੱਚ ਉਚੇਚਾ ਉੱਠ ਕੇ ਆਇਆ, ਖਲਬਲੀ ਵੀ ਮਚੀ, ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ। ਕਹਿੰਦੇ ਔਖਾ ਹੋ ਕੇ ਤੇ ਜਾਣਾ ਹੀ ਸੀ, ਮੈਂ ਉਹਨੂੰ ਚਾਰ ਸੁਣਾ ਦਿੱਤੀਆਂ, ਆਪਣੀ ਅੱਖਾਂ ਦਾ ਇਲਾਜ ਕਰਾ। ਮੈਂ ਕਿਹਾ ਨਹੀਂ, ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੀ ਬਾਰੀਕੀ ਦਿਖਾਈ ਦਿੱਤੀ ਹੈ। ਕਹਿੰਦੇ ਫਿਰ ਸੁਣਨਾ ਚਾਹੁੰਦੇ ਹੋ? ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ। ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ, ਉਹ ਰਹਿੰਦਾ ਵੀ ਸੱਜਣ ਸਿਆਟਲ ਹੈ। ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ, ਸਰਦਾਰ ਹਰਸ਼ਿੰਦਰ ਸਿੰਘ ਹੋਰ ਪੰਜ ਚਾਰ, ਬਈ ਉਹ ਇੰਜ ਕਹਿੰਦਾ। ਦੂਜੇ ਦਿਨ ਵੀ ਕਿਹਾ, ਤੀਜੇ ਦਿਨ ਵੀ ਕਿਹਾ। ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਹੈ, ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ, ਮੈਂ ਉੱਥੇ ਹੀ ਬੈਠਣਾ। ਸਟੇਜ ਇਸ ਤਰ੍ਹਾਂ ਦੀ ਬਣੀ ਹੈ, ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ, ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਉੱਥੇ ਗੁਟਕੇ ਪਏ ਨੇ, ਪੌਥੀਆਂ ਪਈਆਂ ਹੁੰਦੀਆਂ, ਕੜਾ ਪ੍ਰਸ਼ਾਦ ਦੀ ਦੇਗ ਰੱਖਦੇ ਨੇ। ਐਨ ਉਸੀ ਜਗ੍ਹਾ ਦੇ ਉੱਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ, ਕਥਾ ਕਰਦੇ। ਮੈਨੂੰ ਅਜੇ 15 ਮਿੰਟ ਹੀ ਹੋਏ, ਬੜੀ ਬੁਰੀ ਤਰ੍ਹਾਂ ਗਿਰ ਗਏ। ਗਿਆਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ, ਜ਼ਾਰੋ ਜ਼ਾਰ ਰੌਣ ਲੱਗ ਪਏ। ਕਹਿੰਦੇ ਗਿਆਨੀ ਜੀ ਬੈਠੇ ਨੇ, ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ, ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ, ਸਾਨੂੰ ਬੈਠਣ ਦੇ, ਸਾਡੀ ਜਗ੍ਹਾ, ਅਸੀਂ ਰੋਜ਼ ਆਉਂਦੇ ਹਾਂ। ਮੈਂ ਕਿਹਾ ਦਿਖਾਈ ਦਿੱਤੇ ਨੇ? ਕਹਿੰਦਾ ਹਾਂ। ਹੋਰ ਤੇ ਨਹੀਂ ਕੁਛ ਆਖੇ? ਨਹੀਂ। ਮੈਂ ਕਿਹਾ ਦੇਵਤੇ ਨੇ, ਮੁਕਤ ਨਹੀਂ ਹੋਏ। ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ, ਮੁਕਤ, ਅਮੁਕਤ। ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ, ਇਹ ਉਹ ਨੇ। ਇਹ ਹਿੰਦੂਆਂ 'ਚ ਵੀ ਹੁੰਦੇ ਨੇ, ਮੁਸਲਮਾਨਾਂ 'ਚ ਵੀ ਹੁੰਦੇ ਨੇ, ਸਿੱਖਾਂ 'ਚ ਵੀ ਹੁੰਦੇ ਨੇ। ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸਤੇ ਨਹੀਂ ਕਰਦਾ, ਕਈ ਵਹਿਮੀ ਬੜੇ ਹੁੰਦੇ ਨੇ, ਸਮਝ ਕੱਖ ਨਹੀਂ ਆਉਂਦੀ, ਕਿੰਤੂ ਪਰੰਤੂ ਬਹੁਤ ਕਰਦੇ, ਕਿੰਤੂ ਪਰੰਤੂ ਬਹੁਤ। ਇਹ ਥੋੜੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ, ਇਹ ਸਾਰੇ ਇੱਕ ਕੌਤਕ ਦੇਖ ਕੇ ਆਏ। ਇੱਕ ਬੀਬੀ ਸਿੱਖ ਘਰਾਣੇ ਦੀ ਹੈ, ਕਿਰਪਾਨ ਪਹਿਨੀ ਹੋਈ, ਅੰਮ੍ਰਿਤਧਾਰੀ। ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੂਹ ਪ੍ਰੇਰਦੀ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚੱਲ, ਮੱਥਾ ਟੇਕਣਾ, ਤੇਰੇ ਨਾਲ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ। ਪਰ ਉਹ ਮੁਸਲਮਾਨ ਹੈ। ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ। ਪੜ੍ਹੀ ਲਿਖੀ ਕੱਖ ਨਹੀਂ ਆ, ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ੍ਹ ਸਕਦੀ। ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਧੇ ਤੇ ਡਰ ਗਏ। ਮੈਂ ਕਿਹਾ ਕਰੋ, ਡਰੋ ਨਾ, ਇਹ ਮੁਸਲਮਾਨ ਰੂਹ ਦੇਵਤਾ ਹੈ, ਫਰਿਸ਼ਤਾ ਹੈ। ਦਰਬਾਰ ਸਾਹਿਬ ਦੇ ਭੂਤ ਪ੍ਰੇਤ ਨਹੀਂ ਜਾ ਸਕਦੇ, ਫਰਿਸ਼ਤੇ ਜਾ ਸਕਦੇ, ਦੇਵਤੇ ਜਾ ਸਕਦੇ। ਮੈਂ ਉਹਨੂੰ ਕਿਹਾ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਪਤਾ ਮੈਨੂੰ ਕੀ ਆਖੇ? ਮੇਰਾ ਫਜਰ ਦੀ ਨਮਾਜ਼ ਦੇ ਵਿੱਚ ਸ਼ੌਕ ਹੈ, ਜ਼ੋਹਰ ਦੀ ਨਮਾਜ਼ ਵਿੱਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਹਿੰਦੇ ਮੈਂ ਫਜਰ ਦੀ ਨਮਾਜ਼ ਪੜ੍ਹਦਾ, ਸਾਰਾ ਦਿਨ ਇਹ ਹੀ ਪੜ੍ਹਦਾ ਰਹਿੰਦਾ, ਮੈਂ ਜ਼ੋਹਰ ਦੀ ਇਸ਼ਾ ਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਹਾਂ, ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ, ਆਪਾਂ ਫਜਰ ਨੂੰ ਹੀ ਮੰਨਦੇ। ਮੈਂ ਕਿਹਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ? ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ, ਆਨੰਦ ਮਿਲਦਾ। ਤੇ ਮੈਂ ਕਿਹਾ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ, ਮੇਰਾ ਜਨਮ ਹੋਵੇ, ਕੀ ਕਰਾਂ? ਹਾਂ ਮੈਂ ਮੁਸਲਮਾਨ, ਸੰਸਕਾਰ ਮੇਰੇ ਸਾਰੇ, ਪੜ੍ਹੀ ਹੋਈ ਬਾਣੀ ਨਾਸ ਨਹੀਂ ਆਉਂਦੀ, ਨਾਲ ਜਾਂਦੀ ਹੈ, ਜਿਵੇਂ ਉਹਦੇ ਨਾਲ ਕੁਰਾਨ ਗਈ ਹੋਵੇ। ਹੁਣ ਤਨ ਤੇ ਕੋਈ ਨਹੀਂ, ਰੂਹ ਹੈ ਨਾ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਦੇ ਕੋਲ ਮਨ ਹੈ, ਤਨ ਨਹੀਂ ਹੈ। ਮਨ ਵਿੱਚ ਸਭ ਕੁਝ ਪਿਆ, ਸਭ ਕੁਝ ਪਿਆ। ਬਾਰ-ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਆ ਗਿਆਨੀ ਜੀ ਚੂੰਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ, ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ। ਮੈਂ ਕਿਹਾ ਰੋਜ਼ ਆਉਣੀ ਹੈ, ਨਾਲ ਉਹ ਦੱਸਦਾ ਉੱਥੇ ਟਿਕਾਣਾ ਹੈ। ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ, ਮੈਂ ਰੋਜ਼ ਆਵਾਂ। ਮੈਂ ਕਿਹਾ ਆ ਜਾਇਆ ਕਰ, ਕੋਈ ਗੱਲ ਨਹੀਂ। ਇੱਕ ਦਿਨ 2 ਸ਼ੀਸ਼ੀਆਂ ਲੈ ਕੇ ਆ ਗਿਆ, ਅਤਰ ਦੀਆਂ, ਸੈਂਟ ਦੀਆਂ, ਪਰਫਿਊਮ। ਕਹਿੰਦੇ ਕਿ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ, ਐ ਮੇਰੀ ਤਰਫੋਂ ਭੇਟ ਲੈ ਲਓ। ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ, ਬੜਾ ਘੁੰਮਿਆ, ਇੱਕ ਦੁਕਾਨ ਬੜੀ ਮੁਸ਼ਕਿਲ ਨਾਲ ਖੁੱਲੀ ਮਿਲੀ, ਭੀੜ ਬੜੀ ਸੀ ਉਹਨਾਂ ਦੀ। ਐ ਮਿਲੀਆਂ ਨੇ, ਲੈ ਲਓ ਤੁਸੀਂ। ਮੈਂ ਕਿਹਾ ਹੋਰ ਵੀ ਆਉਂਦੇ ਨੇ? ਬੜਾ ਦਰਬਾਰ ਸਾਹਿਬ ਦੇ ਇੱਥੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ। ਇੱਥੇ ਆਨੰਦ ਹੈ, ਇੱਥੇ ਰਸ ਹੈ। ਤਾਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ, ਅਰਬਾਂ ਖਰਬਾਂ ਦੇਵਤੇ ਨੇ, ਫਰਿਸ਼ਤੇ ਨੇ। ਪਰ ਸਿਰਫ ਇਤਨਾ ਨਹੀਂ, ਅਰਬਾਂ ਖਰਬਾਂ ਭੂਤ ਵੀ ਹੈਗੇ ਨੇ। ਕਈ ਕੋਟ ਭੂਤ ਪ੍ਰੇਤ ਸੋ ਕਰ ਵਿਰਗਾਰ। ਇਹ ਗੁਰਦੁਆਰਿਆਂ 'ਚ ਨਹੀਂ ਆਉਂਦੇ, ਮੰਦਰਾਂ 'ਚ ਨਹੀਂ ਆ ਸਕਦੇ। ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲਮੇਲ ਨਹੀਂ ਬੈਠਦਾ, ਰੁਕਾਵਟ ਹੈ। ਉਹ ਜਾਣਗੇ ਸ਼ਰਾਬ ਖਾਨਿਆਂ 'ਚ, ਉਹ ਜਾਣਗੇ ਜੂਏ ਖਾਨਿਆਂ 'ਚ, ਉਹ ਜਾਣਗੇ ਵੈਸ਼ਿਆਲਿਆਂ 'ਚ। ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ, ਇੱਥੇ ਨਹੀਂ। ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ।
दरबार साहब, हजूर साहब, सीसगंज साहब ऐसे अस्थान ने देवतियां नाल भरे ही रहंदे ने। ये भी मैं अर्ज करा, फरिश्तियां नाल भरे ही रहंदे। जिन्ने चिर तक उन्हां दा जन्म नहीं आउंदा, ये गुरुद्वारियां मंदिरां तो बिना होर किधरे भी नहीं जाणगे, किधरे भी नहीं जाणगे। ਗਿਆਨੀ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ, ਮੈਨੂੰ ਕਹਿੰਦੇ ਗਿਆਨੀ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ, ਪਰ ਉਹਨਾਂ ਦੀ ਛੂਹ ਨਾਲ ਮੈਨੂੰ ਆਨੰਦ ਬੜਾ ਆਇਆ, ਰਸ ਬੜਾ ਆਇਆ। ਬਜ਼ੁਰਗ ਨੇ 80-85 ਸਾਲ ਦੇ ਨੇ, ਦਾਸ ਨੇ ਕੱਲ ਸੂਰਤ ਜਾਣਾ ਹੈ, ਉਹ ਅੱਜ ਸੂਰਤ ਪਹੁੰਚਣਗੇ। ਫਿਰ ਉਹਨਾਂ ਨੇ ਉਹਨਾਂ ਦੇ ਕੌਤਕ ਦੱਸੇ। ਹੁਣ ਮੇਰਾ ਧਿਆਨ ਤੇ ਸੰਗਤ ਦੀ ਤਰਫ, ਤੇ ਮੈਂ ਕਿਹਾ ਗਿਆਨੀ ਜੀ ਤੁਸੀਂ ਮੇਰੇ ਕੋਲ ਅਰਥ ਸਿੱਖਦੇ ਰਹੇ ਹੋ, ਪੜ੍ਹਦੇ ਰਹੇ ਹੋ, ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ, ਸਾਧਨਾ ਤੁਹਾਡੀ ਸਫਲ ਹੋਈ ਹੈ, ਮਿਹਨਤ ਕੀਤੀ ਹੋਈ ਹੈ। ਇਹ ਅੱਖਾਂ ਦ੍ਰਿਸ਼ ਨੂੰ ਦੇਖਦੀਆਂ ਨੇ, ਯਕੀਨ ਜਾਣੋ ਅਦ੍ਰਿਸ਼ ਨੂੰ ਵੀ ਦੇਖ ਸਕਦੀਆਂ। ਦੋਏ ਦੋਏ ਲੋਚਨ ਭੇਖਾ ਹੋ ਹਰ ਬਿਨ ਅਵਰ ਨਾ ਦੇਖਾ, ਤੋ ਹਰੀ ਤੇ ਨਿਰਾਕਾਰ ਹੈ। ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਹਾਂ। ਜਾਂ ਤੇ ਕਹੋ ਕਬੀਰ ਝੂਠ ਬੋਲਦਾ, ਗੁਸਤਾਖੀ ਮਾਫ। ਅਗਰ ਕਬੀਰ ਜੈਸਾ ਸੰਤ ਝੂਠ बोलता है तो फिर दुनिया में कोई सतवादी नहीं है। ये भी मैं करते सही कह रहे हैं, सही कह रहे हैं। तो कबीर को पूछिए, देख रहे हो तुसी ਇਹਦਾ सबूत? तो कबीर कहते जे सबूत ਨੂੰ ਵੇਖਣ ਦੀ ਜਾਂਚ है तो मेरिया फिर अखा ही वेख लो। नैन रहे रंग लाई अब बेगल कहन ना जाई। मेरी अखा ही वेख लो, देवतियां ਨੂੰ ਵੇਖਦੀਆਂ ਨੇ ਕਿ ਭੂਤਾਂ ਨੂੰ ਵੇਖਦੀਆਂ, ਇਹ परमात्मा ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ, ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ। ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਂਚ ਹੈ। ਮੈਂ ਹੁਣੇ ਅਰਜ਼ ਕੀਤੀ, ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ, ਅੱਖਾਂ 'ਚ ਪ੍ਰਗਟ ਹੁੰਦੀਆਂ। ਜਿਹਨੂੰ ਰੱਬ ਦਿਖਾਈ ਦਿੰਦਾ ਹੋਵੇਗਾ ਉਹਦੀ ਦ੍ਰਿਸ਼ਟੀ ਵੀ ਰੱਬ ਵਰਗੀ ਹੋਵੇਗੀ, ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ। ਜਿਹਨੂੰ ਪਰਮਾਤਮਾ ਦਿਖਾਈ ਦਿੰਦਾ ਹੈ ਉਹ ਦ੍ਰਿਸ਼ਟੀ ਪਰਮਾਤਮਾਮਈ ਹੈ, ਅੰਮ੍ਰਿਤਮਈ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਮਾਂ ਹੁਣ ਲੱਗਾ, ਕਹੂੰ ਜਚ ਗੰਧਰਵ ਉਰਗ ਕਹੂੰ ਵਿਦਿਆਧਰ, कहूं भय किन्नर पिशाच कहूं प्रेतो, कहूं होय के हिंदुआ गायत्री को गुपत जप्यो, कहूं होय के तुर्का पुकारे बांग देत हो। ਇਹ ਪ੍ਰਭੂ ਕਿਧਰੇ ਤੂੰ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਹੈ। ਪਰ ਕਿਧਰੇ ਤੈਨੂੰ ਗੁਫਾ ਵਿੱਚ ਬੈਠਣਾ ਚੰਗਾ ਹੀ ਨਹੀਂ ਲੱਗਿਆ, ਮੁਨਾਰੇ ਤੇ ਚੜ ਕੇ ਭੰਗ ਪਿਆ ਦਿੰਦਾ। कहूं होय के तुर्का पुकारे बांग देत हो, कहूं को बकाव होए पुराण को पढ़त मत, कहूं कुरान को निदान जान लेत हो। किधरे तू पुराणा का ज्ञाता है, किधरे तू कुरान का हाफिज है, कंठ है तेनों सुनाई जाना, सुनाई जाना। मैं उस बीबी को बहुत सारी कुरान सुन ली, मैं हैरान होया। आम हालत दे चो नहीं सुना सकती, वो होंदा ते सुना सकती, वो बैठा हुए ते सुना सकती। हुण सिर्फ पंजाबी पढ़ी हुई, बाकी नहीं कुछ। पता नहीं कितने ने मैनू कहा ज्ञानी जी इहदे नाल ते वहम बद्धिया। मैं कहा तुहाडा वहम बद्धा होवे, सच्चाई ते ही है, सच ते सारा संसार जे मनुखां नाल भरिया पिया, सारा संसार देवतियां नाल भी भरिया पिया, सारा संसार भूतां प्रेतां नाल भी भरिया पिया। कबीर कहंदे जद मेरी सुरत रब नाल जुड़ी तो इस कौतक नूं वेखण वास्ते आए ने कौन? सुर नर मुन जन कौतक आए, कोट 33 उजाना, कहो कबीर मोहे ब्याह चले हैं पुरख एक भगवान। 33 करोड़ देवते मेरा ये आनंद वेखण वास्ते आए ने, सारे आ गए भी एक आत्मा ने परमात्मा नूं प्राप्त कर लिया, खुशी जाहिर पे कर दें। सारे आए ने मैनू मुबारकां देण, बधाइयां देण। हुण जिन्हां कोल दिव दृष्टि होएगी देख लैणगे इन्हां देवतियां दा इकट्ठ कबीर दे कोल। सुर नर मुन जन कौतक आए, कोट 33 उजाना। 33 करोड़ दे 33 करोड़ आए ने, एक दो नहीं है, सारे ही आए ने। कहत कबीर मोहे ब्याह चले हैं पुरख एक भगवाना। दो गल्लां मैं फिर अर्ज कर दियां। कोई बंदा रोगी होवे, जड़ा खड़ा उन्होंने दवाई दसन लग पैंदा, भावें वो शरीर शास्त्री होवे, भावें ना होवे, ते भावें दवाइयां दा भी कख ज्ञान ना होवे, ऐ ले ला, ऐ ले ला, ऐ ले ला। हुण शरीर माड़ा मोटा नुक्स ते हुंदा, मैं किसी नूं नहीं दसदा, मैं कहने भी दवाई दसनी है, इन्हें भी कुछ ना कुछ कहना। भावें कख ना आप उस दवाई नाल आप ना ठीक होया होवे, दूजियां नूं ठीक करदा है। धर्म बारे भावें कख ना जानदा होवे, राय देण नूं तैयार है। जिस चीज़ का पता ना होवे उस चीज़ बारे राय नहीं देनी चाहिए, जिस चीज़ का बोध ना होवे गलत बयानी नहीं करनी चाहिए। धन गुरु गोबिंद सिंह जी महाराज का फरमान ध्यान नाल सुनना। कहूं जच गंधर्व उरग कहूं विद्याधर, कहूं वह किन्नर पिशाच कहूं प्रेतो, कहूं होय के हिंदुआ गायत्री को गुपत जप्यो, कहूं होय के तुर्का पुकारे बांग देत हो, कहूं को बकाव होय पुराण को पढ़त मत, कहूं कुरान को निदान जान लेत हो। इतना समदृष्ट अवतारी पुरुष धन गुरु गोबिंद सिंह जी महाराज तो बिना लभना कठिन है। हे प्रभु तू ही कुरान दा हाफिज है, तू ही पुराणा दा ज्ञाता।
ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ, ਤੂੰ ਹੀ ਮੁਨਾਰੇ ਤੇ ਚੜ ਕੇ ਬਾਂਗ ਪਿਆ ਦੇਂਦਾ ਹੈ। ਨਹੀਂ ਸਮਦ੍ਰਿਸ਼ਟੀ। कहूँ देवतान के दीवान में विराजमान, कहूँ दानवान को गुमान मत दे। किधरे ते प्रभु तू देवतियां दी महफिल दे च बैठा है, देवते ही देवते। किधरे दानवान, इत्थे दानवान तो मुराद दानी नहीं, दाना। तू दाना, बीना जिहड़ा शब्द आंदा ना, बीना, तू बारीक वेखण वाला है, दाना तू बहुत सियाणा है। तू दरियाओ, दाना, बीना, ये दाना शब्द फारसी का है, दाना, बहुत सियाणा, बहुत सियाणा, बहुत सियाणा। कहूँ दानवान को गुमान मत दे। तो हे प्रभु मैं देखदा किधरे दाना बंदा इतना सियाणा पर हंकारी, बड़ा हंकारी। कुदरती गल है, पढ़ा लिखा सियाणा मनुख हंकारी हुंदा ही हुंदा। ਉਹਦੇ ਕੋਲ ਹੰਕਾਰ ਵਾਸਤੇ ਉਸਦਾ ਗਿਆਨ ਹੁੰਦਾ ਹੈ, ਉਹਦੀ ਜਾਣਕਾਰੀ ਹੁੰਦੀ ਹੈ। कहूँ दानवान को गुमान मत दे। तो कहूँ इंद्र राजा को मिलत इंद्र पदवी सी, कहूँ इंद्र पदवी छिपाए छीन ले। तो किधरे तू सारे इंद्रियां का सुख दे देना है, किसी को राजा बना देना है, किधरे सब कुछ खो लेना है, सब कुछ खो लेना है, कुछ भी नहीं होता वो। छिनमे रंग राव को करी, इस तरह कर छड़दा है। तो कहूँ इंद्र राजा को मिलत इंद्र पदवी सी, कहूँ इंद्र पदवी छिपाए छीन लेत हो। कहूँ विचार अविचार को विचारत हो, कहूँ निज नार पर नार के निकेत हो। किधरे तू बड़ा भारी विचारक है, अपनी स्त्री तो बिना तू किसी होर नूं देखदा भी नहीं। किधरे बिल्कुल अविचारक है, हर वक्त पर नार दा चिंतन करदा है, दूसरे दी स्त्री दा। लोक अंदर ठाणी हर वक्त इस तरह ही करदा है, हर वक्त तेरी ये बिरती। देखो धन गुरु गोबिंद सिंह जी महाराज दा बहुत किथे किथे तक जांदा है। कहूँ शस्त्रधारी, कहूँ विद्या के विचारी, कहूँ मारत आहारी, कहूँ नार के निकेत हो। कहूँ देववानी, कहूँ शारदा भवानी, कहूँ मंगला मृणानी, कहूँ श्याम, कहूँ सेत। प्रभु तू निरा देवता नहीं, तू देवी भी है। वख वख देवियां दे रूप भी तू विराजमान है। जी पुरुष के अंदर ब्रह्म ज्ञान पैदा हो जाता है तो स्त्री च भी होंदा है। उस ज्ञान करके उसका भी दीपक जल जाता है, वो देवी हो जाती है। पुरुष का भी दीपक जल जाता है, वो देवता हो जाता है। महाराज कहते किधरे तू इस तरह देवता ते देवी बने हुए हैं, सब तेरे ही रूप ने, सब तेरे ही रूप। कहूँ मंगला मृणानी, कहूँ श्याम, कहूँ सेत। ये प्रभु मैं देखना किधरे तेरा रंग बिल्कुल सांवरा है ते काला है, और किधरे तू बिल्कुल चिट्टा है ते गोरा है। धन गुरु गोबिंद सिंह जी महाराज का ऐसा कथन। गोरे जिहड़े सन अफ्रीका दे राज करते सन, कालियां नाल नफरत करते सन, ते जिहड़े काले अफ्रीकन सन वो गोरियां नाल नफरत करते सन। एक दूजे नूं दूजियां दे रंग नहीं चंगे लगते सन। काला है, काले कहते सन, गोरे ने, चिट्टे ने, बरोगी ने। महाराज कहते तू ही है। कहूँ श्याम, कहूँ सेत। कहूँ जटाधारी, कहूँ कंठी धरे ब्रह्मचारी, कहूँ जोग साधी, कहूँ साधना करत हो। सन्यासी, डंडीधारी सन्यासी। किधरे जटाधारी तू जोगी है, नफरत वासी किधरे जगह ही नहीं रही, नहीं समदृष्टि। कहूँ जटाधारी, कहूँ कंठी धरे ब्रह्मचारी, कहूँ जोग साधी, कहूँ साधना करत हो। कहूँ कान पारे, कहूँ डंडी होए पधारे, कहूँ फूक फूक पावन को पृथ्वी पे धरत हो। जय नहीं साधो ऐन जिथे बैठन के जगह साफ करके कोई कीड़ा मकोड़ा ना, और बड़े ध्यान नाल चलन के पैरों थले कोई कीड़ी ना आ जाए। कहूँ फूक फूक पावन को पृथ्वी पे धरत हो। कहूँ सिपाही होए के सादत से लाहन को, कहूँ छत्री होए के और मारत हो मरत हो। किधरे सिपाही हैं, सूरवीर हैं, छत्री हैं, मरना मारना ही तू जानना है, सूरवीर है। कहूँ भूम भार को उतारत हो महाराज, कहूँ भाव भूतन की भावना भरत हो। किधरे तू ऐसा उपदेशक है, ब्रह्म ज्ञानी है। ये जो संसार दे भौतिक पदार्थ ने जिन्हां दे दिल दिमाग दे छाए ने, तू कड्ढण दा यतन करदा है। ते पर कितना इतना तू भौतिकवादी है, इतना भौतिकवादी है, त्यागी दे मन दे अंदर भी भौतिक पदार्थों का इतना लोभ पा देना है, वो त्यागी भी जो है भोगी बन जाता है, प्रभावित हो जाता है। कहूँ अकलंक, कहूँ मारत मयंक, कहूँ पूरन पर्यंक, कहूँ शुद्धता की सारो। किधरे तेरे ते कोई कलंक नहीं, कोई उंगल नहीं उठा सकता भी तुम ऐसा कीता सी या ऐसा बोलिया सी या ऐसी तेरी करनी है, बिल्कुल अकलंक। पर किधरे तू बड़ा कलंकित है, जने खने दी उंगली उठती है, तू यह कीता है, तू यह कीता है, तू यह कीता है, तू यह कीता है। हुण बचेगा कोई नहीं, अकलंकित ते कलंकित सब दे जिसनों एक दिखाई देंदा है, नफरत किहदे नाल करे। कहूँ अकलंक, कहूँ मारत मयंक, कहूँ पूरन पर्यंक, कहूँ शुद्धता की सार। कहूँ देव धर्म,
कहूँ साधना के हरम, कहूँ कुत्सत कुकरम, कहूँ धर्म के प्रकार हो। किधरे तेरे सारे कर्म धर्म के अनुसार ने, देवता है, पर किधरे तेरे सारे कर्म बैठ कुत्सत कुकर्म ही करता। एक कर्म भी ठीक नहीं। कुकर्मी ते तरस आवे तो समझ लो बंदा पूरा दयालु है। जिवें मरीज ते तरस आउंदा ना, बहुत रोगी विचारा तड़प रहा है तो उसते तरस आउंदा है। गुनाह कुकर्म की ने, मानसिक रोग ने। हुण ते थोड़े जिहा मनोविग्यानक भी मनते पे ने, कातल डकैत चोर, ये चोर कातल डकैत नहीं ने, मानसिक रोगी ने। इन्हां दा मन ठीक नहीं, मानसिक रोगी ने। जे शरीरक रोगों की निवृत्ति के तरह तरह के साधन लभे गए ने, मानसिक रोग की निवृत्ति का साधन प्रभु का नाम है, सत्संग है। उन्होंने किसी तरीके नाल लेना चाहिए। जे बाल्मीक जैसा बाट पार एक महान ऋषि हो सकता है, मानसिक रोग दूर हो गया, तंदुरुस्त हो गया, उससे भी तरस खाना चाहिए। पर मनुख नफरत करके उहदे रोग नूं वधा दिंदा है। उस तो पता चलता है मनुख का तरस, मनुख की दया पूर्ण नहीं है, अधूरी है, अधूरी है। हंकार की गल नहीं। मेरे नाल 20 साल एक नौजवान रहा है, भावें अधकड़ उम्र का हो गया सी, सारियां नूं परेशान करता सी जितने नाल ने ना। ते मैनूं ये सारे कई दफा इन्हां दियां गल्लां मेरे तक पहुंच जाण भी पता नहीं ज्ञानी जी नूं इहदे नाल की स्वार्थ, इन्ना पैड़ा मनुख नाल है। ते मैं कई दफा उन्होंने समझाया, मैं कि तू हर एक नूं तंग करदा, तेरे तो सारे ही दुखी ने। एक बंदा भी तो होवे। कल्याण सिंह ते एक दिन रो पिया, मैनूं कहण लगा मस्कीन जी ये नाल चलेगा तो मैं नाल नहीं चलना, इहनूं तुसीं किवें बर्दाश्त कीता होया है? मैं कि कमाल दी गल है। मैं कि 35-36 साल दा रब इहनूं बर्दाश्त करी जांदा है, ਉਹ ਇਹਨੂੰ ਜ਼ਮੀਨ ਤੋਂ ਨਹੀਂ ਉਠਾਉਂਦਾ ਤੇ ਹੁਣ ਇਹਨੂੰ ਕਿਵੇਂ ਕੱਢੀਏ? ਉਹ ਤੇ ਇਹਨੂੰ ਬਰਦਾਸ਼ਤ ਕਰੀ ਜਾਂਦਾ। ਇਤਨੀ ਗੱਲ ਆਖਣ ਦੀ ਦੇਰ ਸੀ, ਉਹਨਾਂ ਦੀ ਵੀ ਅੱਖਾਂ ਭਰ ਆਈਆਂ। ਕਹਿੰਦੇ ਨਹੀਂ ਮੈਂ ਨਹੀਂ ਕਹਿਣਾ, ਠੀਕ ਹੈ, ਰਵੇ ਪਿਆ, ਰਵੇ ਪਿਆ। ਆ ਮਨਜੀਤ ਕੌਰ ਜਿਹੜੀ ਤੁਹਾਨੂੰ ਕਥਾ ਸੁਣਾਉਂਦੀ ਹੈ, ਇੱਕ ਦਿਨ ਇਹ ਵੀ ਬਹੁਤ ਦੁਖੀ ਹੋਈ, ਇਤਨੀ ਦੁਖੀ ਹੋਈ ਜੰਮੂ ਮੇਰੇ ਅੱਗੋਂ ਰੋ ਪਈ। ਫਿਰ ਮੈਂ ਉਹਨੂੰ ਕਿਹਾ ਹੁਣ ਮੇਰੀ ਵੀ ਸੀਮਾ ਹੋ ਗਈ, ਚੰਦਨ ਨੂੰ ਬਹੁਤਾ ਰਗੜੀ ਉਹ ਵੀ ਗਰਮ ਹੋ ਜਾਂਦਾ। ਮੈਂ ਕਿ ਤੈਨੂੰ 25 ਸਾਲ ਮੈਂ ਬਰਦਾਸ਼ਤ ਕੀਤਾ, ਮੇਰੀ ਵੀ ਸੀਮਾ, ਮੈਂ ਰੱਬ ਨਹੀਂ ਹਾਂ, ਹੁਣ ਮੈਂ ਤੈਨੂੰ ਹੱਥ ਜੋੜਦਾ, ਬਸ ਮੇਰੀ ਇਤਨੀ ਬਰਦਾਸ਼ਤ ਦੀ ਸੀਮਾ ਸੀ, ਇਸ ਤੋਂ ਜ਼ਿਆਦਾ ਨਹੀਂ। ਹੁਣ ਤੂੰ ਪਹਿਲੇ ਪੁਰਸ਼ਾਂ ਨੂੰ ਤੰਗ ਕਰਦਾ ਸੀ, ਨਾਲ ਦੇ ਰਾਗਿਆਂ ਨੂੰ, ਹੁਣ ਤੇਰੇ ਹੱਥ ਜਾਂ ਤੇਰੀ ਜ਼ਬਾਨ ਕੌੜੀ ਬੀਬੀਆਂ ਤੇ ਵੀ ਉੱਠ ਗਈ ਹੈ, ਹੁਣ ਤੂੰ ਪਈ ਜਾ। ਚਲਾ ਤੇ ਗਿਆ, ਰੋਂਦਾ ਹੋਇਆ ਗਿਆ। ਮੈਨੂੰ ਕਹਿਣ ਲੱਗਾ ਮੈਨੂੰ ਵੀ ਹੈਰਾਨਗੀ ਹੈ, ਤੁਸੀਂ ਅੱਜ ਹੀ ਮੈਨੂੰ ਕੱਢਿਆ, ਪਹਿਲੇ ਕਿਉਂ ਨਹੀਂ ਕੱਢਿਆ? ਮੈਂ ਕਿਹਾ ਕੱਢ ਤੇ ਹੁਣ ਤੈਨੂੰ ਦਿੱਤਾ ਹੈ ਨਾ, ਮੈਨੂੰ ਦੁੱਖ ਵੀ ਹੋ ਰਿਹਾ। ਮੈਂ ਕਿਹਾ ਕੀ ਕਰਾਂ, ਇਹਨੂੰ ਕੱਢਿਆ ਜ਼ਰੂਰ ਹੈ, ਮੈਂ ਹੁਣ ਨਹੀਂ ਰੱਖਾਂਗਾ ਕਿਉਂਕਿ ਸਾਰੇ ਤੇਰੇ ਕੋਲ ਦੁਖੀ ਨੇ, ਸਾਰੇ ਹੀ ਔਖੇ ਨੇ। ਤੂੰ ਕਲਿਆਣ ਸਿੰਘ ਜੈਸੇ ਦਰਵੇਸ਼ ਬੰਦੇ ਨੂੰ ਵੀ ਰੁਲਾ ਦਿੱਤਾ, ਉਹਨੂੰ ਵੀ ਔਖਾ ਕੀਤਾ, ਉਸ ਨੂੰ ਵੀ ਪਰੇਸ਼ਾਨ ਕੀਤਾ ਜਦੋਂ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਦਾ। ਐਸਾ ਸਹਿਨ ਸ਼ਕਤੀ ਵਾਲਾ ਪੁਰਸ਼ ਸਾਰੀ ਜ਼ਿੰਦਗੀ ਜਿਹਨੂੰ ਕੀਰਤਨ ਕਰਦੇ ਆਓਗੇ, ਤੂੰ ਉਹਨੂੰ ਵੀ ਤੰਗ ਕੀਤਾ। ਪਰ ਹੁਣ ਜੋ ਤੂੰ ਸਾਰਿਆਂ ਨੂੰ ਤੰਗ ਕੀਤਾ ਨਾ, ਇਸ ਤੋਂ ਮੈਂ ਤੰਗ ਹਾਂ ਤੇ ਮੈਂ ਤੈਨੂੰ ਹੱਥ ਜੋੜਦਾ, ਹੁਣ ਤੂੰ ਜਾ। ਪ੍ਰਭੂ ਤੇਰੀ ਰੱਖਿਆ ਕਰਨ, ਤੈਨੂੰ ਕੋਈ ਸਹੀ ਠਿਕਾਣਾ ਦੇਣ, ਤੈਨੂੰ ਕੋਈ ਜੋ ਹੈ ਸੁਮਤ ਦੇਣ। ਬਾਅਦ ਵਿੱਚ ਮੈਂ ਸੋਚਦਾ ਪਿਆ ਰੱਬ ਨੇ ਤੇ ਅਜੇ ਵੀ ਬਰਦਾਸ਼ਤ ਕੀਤਾ ਹੋਇਆ ਉਹਨੂੰ, ਤੂੰ ਕੁਝ ਵੀ ਨਹੀਂ ਨਿਕਲਿਆ, ਤੂੰ ਕੁਝ ਵੀ ਨਹੀਂ ਨਿਕਲਿਆ। ਇਸ ਤਰ੍ਹਾਂ ਵੀ ਮੈਨੂੰ ਬਾਰ-ਬਾਰ ਖਿਆਲ ਆਇਆ। ਇਹ ਬੀਬੀ ਮਨਜੀਤ ਕੌਰ ਕਹਿਣ ਲੱਗੀ ਤੁਸੀਂ ਫਿਰ ਬੁਲਾ ਲੈਣਾ ਹੈ। ਮੈਂ ਕਿਹਾ ਨਹੀਂ, ਸਾਰੇ ਔਖੇ ਹੁੰਦੇ ਨੇ, ਸਾਰੇ ਦੁਖੀ ਹੁੰਦੇ ਨੇ, ਸਾਰੇ ਬੇਜ਼ਾਰ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰ ਹੈ। ਕਹਿੰਦੇ ਨੇ ਹੇ ਪ੍ਰਭੂ ਕਿਧਰੇ ਤੇਰੇ ਸਾਰੇ ਹੀ ਕਰਮ ਪੈੜੇ ਨੇ, ਕਹੂੰ ਕੁਤਸਤ ਕੁਕਰਮ, ਸਾਰੇ ਕੁਸਤ ਕਰਮ ਨੇ ਤੇਰੇ, ਇੱਕ ਵੀ ਠੀਕ ਨਹੀਂ। कहूं अकलंक कहूं मारत मयंक कहूं पूरन पर्यंक कहूं शुद्धता की सार कहूं देव धर्म कहूं साधना के हरम कहूं कुत्सत कुकर्म कहूं धर्म के प्रकार। किधरे तेरा सारा कर्म धर्म के अनुसार है, किधरे तेरे सारे ही कर्म कुकर्म ने। कहूं धर्म के प्रकार कहूं पवनहारी कहूं विद्या के विचारी कहूं जोगी जति ब्रह्मचारी नर कहूं नार कहूं छत्रधारी कहूं छाला दरे छैल भारी कहूं छकवारी कहूं छल के प्रकार। एक दो होर भी सुना दे, घड़ी ते मैनू रोकदी पई है, पर एक दो मिनट। सतगुरु की दृष्टि द्वापुर दे चली गई, गुरु गोबिंद सिंह जी। कहूं गीत के गवैया कहूं बेन के बजैया कहूं नृत्य के नचैया कहूं नर को आकार। ये प्रभु कमाल दी गल है, किधरे बड़ी मधुर तो मुरली वजांदा है, बड़ा सुंदर गावना है, बड़े अच्छे ढंग नाल नृत्य कर लैंदा है, नच लैंदा है। ये दृष्टि सतगुरां दी चली गई द्वापुर विच। कहूं गीत के गवैया कहूं बेन के बजैया कहूं नृत्य के नचैया कहूं नर को आकार हो कहूं वेद बानी कहूं कोक की कहानी कहूं राजा कहूं रानी कहूं नार के प्रकार हो कहूं बेन के बजैया बेन मुरली कहूं बेन के बजैया कहूं धेन के चरैया
कहूँ लाखन लवैया, कहूँ सुंदर कुमार। किधरे हे प्रभु कमाल दी गल है, तू मक्खन चोर है, मक्खन चुरा लेना। लाखन लवैया, मक्खन खाण वाला चोरी करदा। जसोदा दा सक्का पुत्र नहीं सी, मतरेई लड़का सी, तू पालदी सी ना, मां ते ओदी देवकी सी। मक्खन उपर रख लेंदी सी उच्चा। पता सी ये कृष्ण छोटा बालक रूप, इनू मक्खन बहुत चंगा लगता है, बहुत खांदा है, ज्यादा ना खावे, उपर रख लेंदी सी। ਇਹ ਨਟਖਟ ਤਬੀਅਤ ਦੇ ਇਹ ਅਵਤਾਰੀ ਪੁਰਸ਼ ਦੋ ਤਿੰਨ ਮੁੰਡਿਆਂ ਨੂੰ ਥੱਲੇ ਇੱਕ ਦੂਜੇ ਦੇ ਬਿਠਾ ਕੇ ਉੱਪਰ ਚੜ ਜਾਂਦੇ ਸਨ। ਮੱਖਣ ਛਕ ਲੈਣਾ, ਬਚਿਆ ਕੁਚਿਆ ਤੋੜ ਕੇ ਪਰੇ ਮਾਰਨਾ। ਸਤਿਗੁਰੂ ਉਸ ਦਾ ਵੀ ਜ਼ਿਕਰ ਕਰਦੇ ਨੇ, ਕਿਧਰੇ ਤੂੰ ਮੱਖਣ ਚੁਰਾ ਲੈਣਾ, ਖਾਂਦਾ ਵੀ ਮੱਖਣ ਹੈ। ਕਿਧਰੇ ਗੀਤ ਗਾਣਾ ਹੈ, ਕਿਧਰੇ ਮੁਰਲੀ ਵਜਾਉਂਦਾ ਹੈ। ਕਹੂੰ ਬੇਨ ਕੇ ਬਜਈਆ, ਕਿਧਰੇ ਗਊਆਂ ਚਾਰਦਾ। ਕਹੂੰ ਬੇਨ ਕੇ ਬਜਈਆ, ਕਹੂੰ ਦੇਨ ਕੇ ਚਰਈਆ। ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ। शुद्धता की शान हो, के संतन के प्राण हो, के दाता महादान हो, निर्दोखी निरंकार हो। निर्जुल निरूप हो। निर्जुल तू जोड़ नहीं है, जिवें साडा शरीर कईयां दा जोड़ है ना, हवा है, पानी है, अग्नि है, मिट्टी है, आकाश है, सारियां दे जोड़ नाल तन बनिया ना। निर्जुल तू जोड़ नहीं है, अजोड़ है। निर्जुल तू कई चीजां दे जोड़ नाल नहीं बनिया, तू जुड़े होया नहीं है। असीं जुड़े होया, एक तत्त भी बिखर जाए तो असीं नहीं हो सकते। हवा ही ना रहे तो गए, अंदर गर्मी ठंडी हो जाए तो कह दिन हाथ पैर ठंडे हो गए, एक अग ही ना रहे तो गए। असी जोड़ हाँ, इन्हां पंज तत्तां दा होर तरह तरह के साजो समान दा असी जोड़ हाँ। कलगीधर पातशाह कहते निर्जुल निरूप, तू जोड़ नहीं है। कई चीज़ां दा तू जोड़ नहीं, तू अपने आप दे पूर्ण है। निर्जुल निरूप हो, के सुंदर स्वरूप हो, के भूपन के भूप हो, के दाता महादान हो। प्राण के बचैया, दूध पूत के देवैया, रोग सोग के मिटैया, किदो मानी महामान हो। विद्या के विचार हो, के अदवे अविकार हो, कि सिद्धता की सूरत हो, के शुद्धता की शान हो। जो बन के जाल हो, कितने इतना खूबसूरत है, हर एक नूं अपनी खूबसूरती फसा के रख छड़दा, निरा ही जाल बनया है। तो जो बन के जाल हो, के काल हो, के काल हो। किधरे तू बड़ा भयंकर डरावना, जने खाने नूं ते तो डर लगदा है, इन्ना भयंकर काल दा रूप। ते किधरे इतना सोहना, तेरी सुंदरता सारियां नूं फसा के रख देंदी है, जाल बन जाती है। जो बन के जाल हो, के काल हो, के काल हो, के शत्रन को सूल हो, के मित्रन के प्राण हो। कहूं ब्रह्मवाद, कहूं विद्या को बिखाद। किधरे ते तू ब्रह्म दा चिंतन करदा है, ब्रह्म विचार करदा है, पर किधरे पढ़ लिख के विद्या हासिल करके वाद विवाद करदा है, लड़ाई झगड़े पिया करदा है, निकम्मे पैस मुबासे च पै जांदा है। कहूं ब्रह्मवाद, कहूं विद्या को बिखाद। कहूं नाद को नाद, कहूं पूर्ण भगत हो। कहूं वेद रीत, कहूं विद्या की प्रतीत। कहूं नीत हो अनीत, कहूं ज्वाला सी जगत हो। पूर्ण प्रताप कहूं एकांती को जाप कहूं। ताप को अताप कहूं जोग ते डिगत हो। कहूं बर देत, कहूं छल स्यों छिनाए लेत। सर्व काल सर्व ठौर एक से लगत हो। हर समय हर जगह हर रूप दे ए प्रभु तू मैनू एक दिखाई दे, एक दिखाई दे। धन गुरु गोबिंद सिंह जी महाराज दे अनंत सवेये। कहूं ब्रह्मवाद, कहूं विद्या को विखाद। कहूं नाद को नाद, कहूं पूर्ण भगत हो। कहूं वेद रीत, कहूं विद्या की प्रतीत। कहूं नीत ओ अनीत। किधरे तेरा सारा जीवन नैतिकता दे च है, किधरे बिल्कुल अनीति है। एक कर्म भी तेरा नैतिकता ते नहीं खड़े, सब कुछ अनर्थ है। कहूं ब्रह्मवाद, कहूं विद्या को विखाद। कहूं नाद को नाद, कहूं पूर्ण भगत हो। कहूं वेद रीत, कहूं विद्या की प्रतीत। कहूं नीत हो अनीत, कहूं ज्वाला सी जगत हो। पूर्ण प्रताप कहूं एकांती को जाप कहूं। ताप को अताप कहूं जोग ते डिगत हो। किधरे बड़ा भारी जपीश्वर है, तपीश्वर है, जोगी है, ते किधरे तेरा जोग सारे दा सारा भ्रष्ट हो जाता है, गिर जाता है। तपीश्वर गिरावट च आ जाता है, बड़ा जोगी भ्रष्ट हो जाता है। कहूं जोग ते डिगत हो, कहूं बर देत, कहूं छल स्यों छिनाए लेत। किधरे तरह तरह के वर दे के, साजो समान दे के अगले नूं माला माल कर लेना है, ते अगला माला माल हो के इतना फस जाता है, उहदे च रुझ जाता है, फिर तू सब कुछ उहदे कोल खो लेंदा है, उहदे कोल सब कुछ ले लेंदा है। कहूं बर देत, कहूं छल स्यों छिनाए लेत। सर्व काल सर्व ठौर एक से लगत हो। हे प्रभु हर समय और हर जगह तू मैनू इको ही दिखाई देना। हर जगह हर समय हर रूप दे तू मैनू एक दिखाई देना। एक मूरत अनेक दर्शन, कीन रूप अनेक। खेल खेल अखेल खेलन, अंत को फिर एक। हे प्रभु इन्हां अनेकां रूपां तू हर वक्त मैनू एक दिखाई देना। मैनू सारी लहरां दे सागर ही दिखाई देंदा,
ਮੈਨੂੰ ਸਾਰੀ ਕਿਰਨਾਂ ਦੇ ਸੂਰਜ ਹੀ ਦਿਖਾਈ ਦਿੰਦਾ ਹੈ। ਮੈਨੂੰ ਸਾਰੇ ਰੂਪਾਂ 'ਚ ਉਹ ਅਰੂਪ ਪਰਿਪੂਰਨ ਪ੍ਰਮਾਤਮਾ ਦਿਖਾਈ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਲੰਮੀ ਬਾਣੀ, ਅੱਗੇ ਬਹੁਤ ਸਾਰੇ ਸਵਈਏ ਨੇ। ਅਨੰਤ ਬਾਣੀ, ਅਕਾਲ ਉਸਤਤ ਦੀ ਬਹੁਤ ਲੰਬੀ ਚੌੜੀ ਬਾਣੀ, ਜਿਹਨੂੰ ਪੜ੍ਹ ਪੜ੍ਹ ਕੇ ਬੰਦਾ ਬਿਸਮਾਦ ਹੋ ਜਾਂਦਾ ਹੈ। ਵੀ ਚਲਾਉਂਦੇ ਤੇ ਤੀਰ ਕਮਾਨ ਤਲਵਾਰ, ਇਤਨੀ ਸਮਦ੍ਰਿਸ਼ਟੀ, ਇਤਨੀ ਬ੍ਰਹਮ ਦ੍ਰਿਸ਼ਟੀ, ਇਤਨਾ ਬ੍ਰਹਮ ਗਿਆਨ, ਇਤਨਾ ਆਨੰਦ ਦਾ ਸੋਮਾ ਅੰਦਰੋਂ ਫੁੱਟਿਆ, ਇਤਨਾ ਗਿਆਨ ਦਾ ਸਾਗਰ ਅੰਦਰੋਂ ਫੁੱਟਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿਹਾੜਾ ਨੇੜੇ ਆਇਆ, ਉਹਨਾਂ ਦਾ ਪੁਰਬ ਨੇੜੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰਮਤ ਕਰਨ, ਬਖਸ਼ਿਸ਼ ਕਰਨ, ਜੀਵਨ ਦਾ ਅੰਤ ਹੋਵੇ। ਇਹ ਸਾਰਾ ਗਿਆਨ, ਇਹ ਸਾਰਾ ਰਸ, ਇਹ ਸਾਰੇ ਰੂਪਾਂ 'ਚ ਉਹ ਸਾਨੂੰ ਅਰੂਪ ਦਿਖਾਈ ਦੇਵੇ, ਤਾਂ ਕਿ ਸੰਸਾਰ ਤੇ ਆਇਆ ਸਫਲ ਹੋ ਜਾਏ। ਕਾਫੀ ਸਮਾਂ ਹੋ ਗਿਆ, ਕੋਸ਼ਿਸ਼ ਤੇ ਮੈਂ ਕਰਦਾ ਸੀ ਛੋੜਾਂ, ਫਿਰ ਅਕਾਲ ਉਸਤਤ ਹੀ ਮੈਨੂੰ ਖਿੱਚੀ ਗਈ ਵੀ ਨਹੀਂ, ਇਹ ਸਵਈਆ ਵੀ, ਇਹ ਸਵਈਆ। ਸਤਿਗੁਰ ਦੀ ਬਾਣੀ ਬੜੀ ਮਿੱਠੀ, ਬੜੀ ਮਧੁਰ, ਬੜੀ ਆਨੰਦਪੂਰਵਕ ਸੀ। ਸਾਹਿਬ ਰਹਿਮਤ ਕਰਨ। ਅੱਜ ਸ਼ਾਮ ਦੀ ਹਾਜ਼ਰੀ ਤੇ ਕੱਲ ਸਵੇਰੇ ਦੀ ਹਾਜ਼ਰੀ ਭਰ ਕੇ ਆਪ ਤੋਂ ਛੁੱਟੀਆਂ ਲਵਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।